ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਚਾਤ੍ਰਿਕ ਬੂੰਦੇ ਰੇ ਜਿਉਂ ਚਾਤ੍ਰਿਕ ਬੂੰਦੇ ਕਹੋ ਨਾਨਕ ਜਿਅੜਾ ਬਲਿਹਾਰੀ ਦੇਹੋ ਦਰਸ ਪ੍ਰਭ ਮੇਰੇ। ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਤੂੰ ਨਾਨਕ ਸ਼ਰਨ ਤੁਹਾਰੀਆ ਵੇਖੋ ਸਦਾ ਵੇਖੋ ਸਦਾ ਹਜੂਰ। ਧੰਨ ਗੁਰੂ ਨਾਨਕ। ਇਕ ਓੰਕਾਰ ਸਤਿਨਾਮ ਨਿਰਭਉ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰੀ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਧੰਨ ਗੁਰੂ ਨਾਨਕ 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 ਧੰਨ ਗੁਰੂ ਨਾਨਕ
ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਬਾਬਾ ਮਾਹਰ ਨਾਮ ਸਿੰਘ ਜੀ ਮਹਾਰਾਜ ਦਾ ਬਰਸੀ ਦਾ ਦਿਹਾੜਾ ਹੈ। ਪਿਛਲੇ ਸਾਲ ਨਾਲੋਂ ਇਸ ਵਾਰ ਬਰਸੀ ਥੋੜਾ ਜਿਹਾ ਲੇਟ ਹੈ। ਕਲਗੀਧਰ ਪਾਤਸ਼ਾਹ ਦਾ ਅਵਤਾਰ ਪੁਰਬ ਵੀ ਉਹ ਵੀ ਪਿਛਲੇ ਸਾਲ ਨਾਲ ਲੇਟ ਹੈ। ਇਹ 15 ਕੁ ਦਿਨਾਂ ਦਾ ਫਰਕ ਹੁੰਦਾ ਹੈ। ਸਾਰੀ ਸੰਗਤ ਅੱਗੇ ਆ ਜਾਓ, ਬੀਬੀਆਂ ਇੱਥੇ ਆਓ ਮੈਕ ਤੇ, ਜਿਹੜੀਆਂ ਕੀਰਤਨ ਜੀ ਬੋਲਦੀਆਂ ਮੈਕ ਤੇ, ਬਾਕੀ ਅੱਗੇ ਬੈਠੋ ਸਾਰੇ। ਤੁਸੀਂ ਵੀ ਭਾਈ ਅੱਗੇ ਆ ਜਾਓ ਸਾਰੇ ਇੱਥੇ। ਏਕ ਓੰਕਾਰ ਸਤਿਨਾਮ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਏਕ ਓੰਕਾਰ ਸਤਿਨਾਮ ਨਿਰਭਉ ਨਿਰਭੈ ਅਕਾਲ ਮੂਰਤ ਅਜੂ ਅੱਗੇ ਨੂੰ ਹੋ ਜਾਓ ਹੋਰ। ਪ੍ਰਸਾਦ ਜਪ ਆਦ ਸਚ ਸਾਰੀ ਸੰਗਤ ਅੱਗੇ ਹੋ ਕੇ ਬੈਠੋ। ਹੈ ਪੀ ਸਚ ਨਾਨਕ ਹੋਸੀ ਭੀ ਬਸ ਸਚ ਠੀਕ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਅੱਗੇ ਨੂੰ ਹੋ ਜਾਓ ਭਾਈ। ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਭੀ ਸਚ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ। ਦੁਨੀਆ ਦਾ ਧਨ ਕਮਾਉਣਾ ਹੈ, ਤੁਸੀਂ ਮਿਹਨਤ ਕਰਦੇ ਜੀ। ਪਿੰਡ ਵਿੱਚ ਮਿਹਨਤ ਕਰਕੇ ਧਨ ਕਮਾਓਗੇ, ਉਹਦੇ ਨਾਲੋਂ ਸ਼ਹਿਰ ਵਿੱਚ ਕਮਾਓਗੇ ਤੇ 10 ਗੁਣਾ ਵੱਧ ਕਮਾਈ ਹੋ ਜਾਂਦੀ ਹੈ। ਵੱਡੇ ਸ਼ਹਿਰ ਵਿੱਚ ਉਸ ਤੋਂ 10 ਗੁਣਾ ਵੱਧ ਹੋ ਜਾਂਦੀ। ਵੱਡੇ ਸ਼ਹਿਰ ਦੇ ਮੇਨ ਬਾਜ਼ਾਰ 'ਚ ਚਲੇ ਜਾਓ, ਮੇਨ ਬਾਜ਼ਾਰ 'ਚ ਉਸ ਤੋਂ ਕਈ ਗੁਣਾ ਵੱਧ ਕਮਾਈ ਹੁੰਦੀ। ਫਿਰ ਅਲੱਗ-ਅਲੱਗ ਦੇਸ਼ ਨੇ, ਸਮਾਂ ਉਨਾ ਹੀ। ਕਿਸੇ ਦੇਸ਼ ਵਿੱਚ ਕਿੰਨੇ 10% ਕਮਾਈ ਵੱਧ, ਕਿਤੇ 20, ਕਿਤੇ 40, ਕਿਤੇ 50, ਕਿਤੇ 100। ਇੱਥੇ ਆਦਮੀ 10 ਰੁਪਏ ਲਵੇ, 100 ਰੁਪਇਆ ਲਵੇ ਰੋਜ਼, ਬਾਹਰ $100 ਲਵੇ, ਕਮਾਈ ਵੱਧ ਗਈ ਨਾ। ਗੁਰੂ ਸਾਹਿਬ ਨੇ ਇਸੇ ਧਨ ਨੂੰ, ਇਸੇ ਕਮਾਈ ਨੂੰ
ਦੁਨੀਆ ਦੀ ਝੂਠੇ ਧਨ ਤੇ ਝੂਠੀ ਕਮਾਈ ਤੇ ਝੂਠੀਆਂ ਤਾਵਾਂ ਤੇ ਝੂਠੇ ਦੇਸ਼ਾਂ ਦੇ ਧਨ ਨੂੰ ਸੱਚੇ ਧਨ ਨਾਲ ਜੋੜੇ ਕਿ ਸੱਚੇ ਧਨ ਦੀ ਤੁਸੀਂ ਕਮਾਈ ਕਿਵੇਂ ਕਰਨੀ। ਘਰ ਵਿੱਚ ਪਾਠ ਕਰਦੇ ਜੀ ਇਕੱਲੇ ਬਹਿ ਕੇ, ਜਿਵੇਂ ਇੱਕ ਪਿੰਡ ਵਿੱਚ ਆਪਾਂ ਦੁਕਾਨ ਖੋਲੀ, ਸੰਗਤ ਵਿੱਚ ਨਾਲ ਰਲ ਕੇ ਕਰਦੇ ਜੇ ਪਿੰਡ 'ਚ ਪਾਠ ਸਿਮਰਨ ਸਾਧ ਸੰਗਤ ਬਣਾ ਕੇ, ਇੰਨੀ ਕਮਾਈ ਵੱਧ ਜਾਂਦੀ ਜਿਵੇਂ ਤੁਸੀਂ ਕਿਸੇ ਸ਼ਹਿਰ ਵਿੱਚ ਚਲੇ ਗਏ। ਫਿਰ ਜੇ ਤੁਸੀਂ ਗੁਰਧਾਮਾਂ ਤੇ ਜਾ ਕੇ ਜਪ ਤਪ ਸਿਮਰਨ ਕਰਦੇ ਜੀ, ਇਵੇਂ ਤੁਸੀਂ ਕਮਾਈ ਕਰਨ ਲੱਗ ਪਏ ਜਿਵੇਂ ਕਿਸੇ ਵੱਡੇ ਸ਼ਹਿਰ ਵਿੱਚ ਵੱਡੇ ਬਾਜ਼ਾਰ ਵਿੱਚ ਪਹੁੰਚ ਗਏ। ਵੱਡਿਆਂ ਤੀਰਥਾਂ ਤੇ ਬਖਸ਼ਿਸ਼ ਵਾਲੇ ਤੀਰਥਾਂ ਤੇ ਬਹਿ ਕੇ ਨਾਮ ਦੀ ਕਮਾਈ ਕਰਨੀ, ਇਹ ਮਹਾਂਪੁਰਸ਼ ਮੰਨਦੇ ਆ ਇਸ ਨੂੰ ਕਿ ਅੰਮ੍ਰਿਤਸਰ ਤੂੰ ਜਾ, ਹਰਿਮੰਦਰ ਸਾਹਿਬ ਜਾ ਕੇ ਸੰਗਤ ਨਾਲ ਰਲ ਕੇ ਸੇਵਾ ਕਰ, ਤੂੰ ਜ਼ਿਆਦਾ ਧਨ ਕਮਾਏਗਾ। ਝੂਠੇ ਧਨ ਤੋਂ ਸੱਚੇ ਧਨ ਦੀ ਸਮੱਤ, ਦੁਨੀਆ ਦੀ ਝੂਠੀ ਪ੍ਰੀਤ ਤੋਂ ਸੱਚੀ ਪ੍ਰੀਤ। ਜਿਵੇਂ ਤੂੰ ਬੱਚਿਆਂ ਨਾਲ ਪ੍ਰੀਤ ਕਰਦਾ ਹੈ, ਜੈਸੇ मूड कटम्ब परायण ऐसी नामे प्रीत न रहे, जैसी बिखे हेत पर नारी। जेड़े बिखे वासना भोगण वाले ना, वो पराई नारी नूं बहुत समझदे आ। कहंदे जिवें बिखे विकार भोगण वाला पराई नारी नाल विखे बाशना भोगदा है, कहते इवें मैं नारायण नाल करदा प्रीत। आखो ऐसी नामे प्रीत नारायण, जैसी विखे हेत पार नारी, ऐसी नामे प्रीत मुरारी। हर चीज तो समत लैंदा जा, क्योंकि तेरा बिजनेस है, ਉਹਨਾਂ ਦਾ ਵੀ ਬਿਜ਼ਨਸ ਹੈ। ਮਹਾਂਪੁਰਸ਼ਾਂ ਨੂੰ ਜੰਗਲ ਦੇ ਵਿੱਚ ਬਾਬਾ ਜੀ ਗਏ, ਬਾਬਾ ਫਰੀਦ ਜੀ ਜੰਗ ਘਰ ਛੱਡ ਕੇ। ਉੱਥੇ ਇੱਕ ਜਿਵੇਂ ਗੁਰਮੁਖ ਪਿਆਰੇ ਸੁਣਾ ਰਹੇ ਸੀ, ਲੱਕੜਹਾਰੇ ਦੀ ਸਾਖੀ। ਇਸ ਮਾਤੇ ਪਾਈ ਸਾਡੇ ਵਾਸਤੇ। ਉਹ ਲੱਕੜਹਾਰਾ ਜੰਗਲ ਚੋਂ ਲੱਕੜਾਂ ਕੱਟ ਕੇ ਤੇ ਕੋਲੇ ਬਣਾ ਕੇ ਬਾਜ਼ਾਰ 'ਚ ਵੇਚਦਾ ਹੈ। ਪਾਣੀ ਲੈ ਜਾਂਦਾ ਹੈ ਘੜਾ ਭਰ ਕੇ, ਉੱਥੇ ਕੱਟਦਾ ਹੈ ਲੱਕੜਾਂ ਤੇ ਲੱਕੜਾਂ ਤੇ ਪਾਉਂਦਾ ਹੈ ਪਾਣੀ। ਜਦੋਂ ਕੁਝ ਉਹ ਜਲਦੀਆਂ ਨੇ, ਲੱਕੜਾਂ ਦੇ ਕੋਲੇ ਬਣਾਉਣ ਦੇ ਸਾਧਨ ਤੇ ਤਰੀਕੇ ਨੇ। ਉਹ ਫਿਰ ਜੇ ਕੋਲੇ ਆ ਧੂਏ ਰਹਿਤ ਹੋ ਜਾਂਦੇ ਆ, ਲੋਕ ਘਰ ਵਿੱਚ ਅੰਦਰ ਬੈਠੇ ਪੱਠੀ 'ਚ ਪਾ ਸਕਦੇ। ਮਹਾਂਪੁਰਸ਼ ਇੱਕ ਗੋਦੜੀ ਤੇ ਪਰਮੇਸ਼ਰ ਦੇ ਨਾਮ ਦੀ ਮਾਲਾ, ਇੱਕ ਸੋਟੀ ਹੱਥ ਵਿੱਚ, ਸਿਰ ਤੇ ਗੋਦੜੀ ਰੱਖੀ, ਹੱਥ ਵਿੱਚ ਸੋਟੀ ਹੈ ਤੇ ਮਾਲਾ ਹੈ ਉਹਦੇ ਨਾਮ ਦੀ, ਬਾਬਾ ਫਰੀਦ ਜੀ। ਸਾਹਮਣੇ ਰੋਜ਼ ਉਸ ਜੰਗਲ ਦੇ ਵਿੱਚ ਰਹਿੰਦੇ ਆ ਤੇ ਉਹ ਲੱਕੜਾਂ ਜਿਹੜਾ ਕੱਟਦਾ ਹੈ ਉਹ ਵੀ ਜੰਗਲ 'ਚ। ਬਾਬਾ ਜੀ ਨੇ ਫਿਰ ਮੇਲ ਕੀਤਾ ਕਿ ਲੱਕੜਾਂ ਕੱਟਣ ਵਾਲਿਆ ਲੱਕੜ ਹਾਰਿਆ, ਕੰਧ ਕੁਹਾੜਾ ਸਿਰ ਘੜਾ,
ਬਣ ਕੇ ਸਰ ਲੋਹਾਰ। ਉਹ ਲੋਹਾਰ ਵਧੀਆ ਲੱਕੜ ਲੱਭਦਾ ਫਿਰਦਾ, ਜਿੰਦਾ ਕੋਲਾ ਬਹੁਤ ਵਧੀਆ ਬਣਦਾ ਹੈ, ਵਣ ਦਾ ਖਾਸ ਕਰਕੇ। ਵਣ ਦੀ ਲੱਕੜ ਪੱਕੀ ਬਹੁਤ ਹੁੰਦੀ। ਬਾਬਾ ਜੀ ਦੇ ਟਿੱਲੇ ਤੇ ਇੱਕ ਵਣ ਸੁੱਕ ਗਿਆ ਹੈ, ਇੱਕ ਵਣ ਅਜੇ ਕੋਈ ਖੜਾ ਹੈ। ਇਹ ਤਾਂ ਵਣ ਸ਼ਕਤੀਆਂ ਵਾਲੇ। ਇੱਕ ਪਰਿਵਾਰ ਬਾਬਾ ਜੀ ਦੇ ਸੰਗੀ ਮੁਜ਼ੱਫਰਨਗਰ ਤੋਂ, ਉਹਨਾਂ ਦੇ ਵੱਡੇ ਬਜ਼ੁਰਗ ਬਾਬਾ ਜੀ ਦੇ ਘਰ ਦੇ ਸੇਵਕ, ਡਿਊਟੀਆਂ ਕਰਨ ਵਾਲੇ, ਸਾਦਗੀ ਦੇ ਨਾਲ ਰਹਿੰਦੇ ਸੀ। ਬੜੇ ਪਿਆਰ ਨਾਲ ਉਹਨਾਂ ਨੇ ਉੱਥੇ ਦਰਬਾਰ ਬਣਾਇਆ ਸੀ, ਜਿਹੜਾ ਆਪਦੇ ਮੁਰਸ਼ਦ ਦੇ ਨਾਂ ਤੇ ਰੱਖਿਆ, ਈਸ਼ਰ ਦਰਬਾਰ। ਮੁਰਸ਼ਦ ਨਾਲ ਜਿਹੜਾ ਜੁੜਿਆ ਹੁੰਦਾ ਹੈ ਨਾ, ਉਹ ਵੱਡਾ ਹੁੰਦਾ ਹੈ। ਜਿਹੜਾ ਕੋਈ ਧੜਿਆਂ ਤੇ ਪਾਰਟੀਆਂ ਨਾਲ ਜੁੜਦਾ ਹੈ ਨਾ, ਉਹ ਮਨੁੱਖ ਛੋਟਾ ਹੁੰਦਾ ਹੈ। ਵੇਖ ਕੇ ਕਈ ਲੋਕਾਂ ਨੇ ਸਮੇਂ ਨਾਲ ਆਪਦੇ ਨਾਮ ਤੇ ਢੰਗ ਤਰੀਕੇ ਬਦਲੇ ਕਿ ਅਸੀਂ ਪੰਥ ਆ। ਬਾਬਾ ਜੀ ਨੇ ਕਿਹਾ ਅਸੀਂ ਮਹਾਂਪੁਰਸ਼ਾਂ ਦੇ ਦਾਸ ਹਾਂ। ਬਾਬਾ ਆਨੰਦ ਸਿੰਘ ਦੇ ਅਸੀਂ ਜੋ ਸਾਨੂੰ ਸਮੱਤ, ਅਸੀਂ ਉਵੇਂ ਹੀ ਤੁਰੀ ਜਾਣਾ, ਅਸੀਂ ਚੌਂਕਣਾ ਨਹੀਂ। ਧੰਨ ਬਾਬਾ ਕੁੰਦਨ ਸਿੰਘ ਜੀ ਵੀ ਐਵੇਂ। ਕਈਆਂ ਨੇ ਬੜੇ ਬੜੇ ਕੰਮ ਬਦਲ ਲਏ। ਇੱਕ ਸੀ, ਉਹਨਾਂ ਨੇ ਨਾਂ ਰੱਖਿਆ ਸੀ ਨਾਨਕਸਰ। ਬਹੁਤ ਦੁਨੀਆ ਉਹਨਾਂ ਨਾਲ ਜੁੜ ਗਈ। ਬਾਹਰਲੇ ਦੇਸ਼ਾਂ 'ਚ ਇੱਧਰ ਉੱਧਰ ਨਾਨਕਸਰ, ਨਵਾਂ ਨਾਨਕਸਰ। ਉਹਨਾਂ ਕੋਲ ਸਾਰੇ ਜਥੇਦਾਰ, ਸੰਤ, ਮਹਾਂਪੁਰਸ਼ ਸਭ ਜਾਣ ਵੀ ਤੁਸੀਂ ਪੰਥ ਨਾਲ ਜੁੜੋ। ਆਖੋ ਪੰਥ ਦੀ ਤਾਕਤ ਵੱਡੀ ਹੈ। ਉਹਨਾਂ ਨੇ ਸਾਰਿਆਂ ਥਾਵਾਂ ਦੇ ਨਾਂ ਬਦਲ ਕੇ ਨਾ ਗੁਰੂ ਗ੍ਰੰਥ ਸਾਹਿਬ ਰੱਖ ਲਏ ਨਾਨਕਸਰ ਤੋਂ। ਇਹਨਾਂ ਵਿੱਚ ਕੋਈ ਨਹੀਂ ਹੁੰਦਾ ਨਾਮਾਂ 'ਚ। ਤੂੰ ਆਪਦੇ ਕਰਤੂਤ, ਜਿਹੜੀ ਤੇਰੀ ਭਗਤੀ, ਉਹਨੂੰ ਬਦਲ, ਉਹਨੂੰ ਢਾਲ ਚੰਗੇ ਪਾਸੇ। ਸਮੇਂ ਨਾਲ ਕਈਆਂ ਨੇ ਕਿਹਾ ਜੀ ਸਾਨੂੰ ਭਾਈ ਕਹੋ। ਜਦੋਂ ਭਾਈ ਦਾ ਨਾਮ ਚੱਲਿਆ, ਸਾਨੂੰ ਗਿਆਨੀ ਕਹੋ, ਗਿਆਨੀ ਕਹਾਉਣ ਲੱਗੇ। ਸਾਨੂੰ ਖਾਲਸਾ ਕਹੋ, ਅਸੀਂ ਖਾਲਸਾ। ਇਉਂ ਬਦਲਦੇ ਰਹੇ। ਬਾਬਿਆਂ ਦਾ ਤੇਜ ਵਧਿਆ, ਸਾਨੂੰ ਬਾਬਾ ਲਾ ਲਿਆ। ਨਾਮ ਦੇ ਨਾਲ ਨਹੀਂ ਗੱਲ ਚੱਲਣੀ। ਬਾਬਾ ਜੀ ਦੇ ਘਰ ਦੀ ਕੋਈ ਹੈ ਕਿ ਅਸੀਂ ਆਪਣੇ ਮਾਲਕ ਦੇ ਬਣ ਕੇ, ਇਹ ਨਹੀਂ ਕਿ ਇਹ ਉਹ ਪੰਥ ਹੈ, ਇਹ ਪੰਥ ਨਹੀਂ। ਫਿਰ ਉਹਨਾਂ 'ਚ ਦੇਖ ਵੀ ਲਵੋ, ਜਿਹੜਾ ਆਪਣੇ ਆਪ ਨੂੰ ਪੰਥ ਕਹਾਉਂਦਾ ਹੈ, ਉਹਨਾਂ ਨੂੰ ਪਤਾ ਹੀ ਹੈ ਕਿ ਅਸੀਂ ਕਿੱਡਾ ਕੁ ਪੰਥ ਆ। ਨਾ ਸਾਡੇ ਨਾਲ ਪੰਥ ਦਾ ਹੈ। ਜਿਹੜੇ ਆਪਣੇ ਆਪ ਨੂੰ ਗੁਰਧਾਮਾਂ ਦੇ ਕਾਬਜ ਕਹਾਉਂਦੇ ਨੇ, ਉਹਨਾਂ ਨੂੰ ਵੀ ਪਤਾ ਵੀ ਅਸੀਂ ਕਿੱਥੇ ਹੋਵਾਂ। ਬਸ ਇਹ ਹੈ ਜਿਵੇਂ ਇੱਕ ਦਰਖਤ ਦਾ ਮੁੱਢ ਹੈ ਨਾ, ਤੇ ਉਹਦੀਆਂ ਟਾਹਣਾਂ ਨੇ। ਅਸੀਂ ਇੱਕ ਡਾਲੀ ਦੇ ਨਾਲ ਲੱਗੇ ਹਾਂ, ਸਾਡਾ ਜੀਵਨ ਉੱਥੇ ਹੀ ਹੈ। ਫਲ ਕਵੇ, ਪੱਤਾ ਕਵੇ, ਟਾਹਣੀ ਕਹੇ ਕਿ ਇਸ ਡਾਲੀ ਨਾਲ ਟੁੱਟ ਕੇ ਮੈਂ ਦੂਜੀ ਨਾਲ ਜੁੜ ਜਾ,
ਇੱਧਰ ਧੁੱਪ ਬੜੀ ਆਉਂਦੀ, ਫਲ ਬੜੇ ਲੱਗਦੇ ਆ। ਐਸ ਥਾਂ ਤੋਂ ਦਰਖਤ ਨਾਲ ਟੁੱਟ ਕੇ ਮੈਂ ਉਸ ਥਾਂ ਤੇ ਉਹਦਾ ਖਾਤਮਾ। ਇਹ ਸਾਡਾ ਪੰਥ ਹੈ। ਸਾਰੀਆਂ ਸੰਪਰਦਾਵਾਂ ਇਹ ਸਾਰੇ ਸ਼ਿੰਗਾਰ ਨੇ। ਉੱਚੋ ਸਾਹਿਬ ਹੈ, ਨਾਨਕ ਸਾਰੇ, ਰਾੜਾ ਸਾਹਿਬ, ਕੋਈ ਵੀ ਜਿੰਨੇ ਮਹਾਂਪੁਰਖ ਸੇਮ ਗੁਰੂਆਂ ਦੀ ਮਰਜ਼ਾਦਾ ਦਾ ਪਾਲਣ ਕਰਨਾ ਇਹ ਇੱਕ ਬੜੀ ਵੱਡੀ ਸਿੱਖਿਆ ਹੈ। ਜਿਹੜੇ ਗੁਰਮੁਖ ਨੇ, ਪੱਕੇ ਨੇ, ਉਹ ਕਦੀ ਨਹੀਂ ਬਦਲਦੇ। ਸਾਰੀਆਂ ਸੰਪਰਦਾਵਾਂ ਇਕੱਠੀਆਂ ਹੋ ਗਈਆਂ ਜੀ, ਇੱਕ ਮਰਜ਼ਾਦਾ ਕਰੋ, ਸਾਰੇ ਇਕੱਠੇ ਹੋਵੋ। ਸਾਰਾ ਸੰਤ ਸਮਾਜ ਇਕੱਠਾ ਹੋ ਗਿਆ। ਸੰਤ ਸਮਾਜ ਦੀ ਇੱਕ ਮਰਜ਼ਾਦਾ ਕਰਨੀ ਹੈ। 2-3 ਸਾਲ ਅਸੀਂ ਜਾਂਦੇ ਰਹੇ ਬਾਬਾ ਜੀ ਵੱਲੋਂ ਜੀ, ਇੱਕ ਮਰਜ਼ਾਦਾ ਕਰੋ। ਲਿਖੋ, ਲਿਖਣੇ ਸ਼ੁਰੂ ਹੋ ਗਈਆਂ ਕਿ ਇਸ ਤਰੀਕੇ ਅੰਮ੍ਰਿਤ ਛਕਾਉਣਾ ਹੈ, ਅੰਮ੍ਰਿਤ ਵੇਲੇ ਇੰਨੀਆਂ ਬਾਣੀਆਂ ਪੜ੍ਹਨੀਆਂ ਹੈ, ਅਰਦਾਸ ਕਰਨੀ ਹੈ, ਰਹਿ ਰਾਸ ਕਰਨੀ ਹੈ, ਕੀਰਤਨ ਸੋਹਿਲਾ ਕਰਨਾ ਹੈ। ਚੱਲ ਪਈਆਂ ਗੱਲਾਂ। ਗੁਰੂ ਸਾਹਿਬ ਨੂੰ ਕੁਰਬਾਨ ਭੇਟ ਕਰਨੀ ਹੈ। ਹੁਣ ਉੱਥੇ ਅੰਤਰ ਨੇ। ਕਈਆਂ ਨੇ ਫਰਕ ਪਾਏ ਹੋਏ। ਨਾਨਕਸਰ ਜੋ ਚੱਲਦਾ ਮੁੜ ਤੋਂ ਇਹ ਅਰਦਾਸ, ਭੋਗ ਲਵਾਉਣਾ, ਪ੍ਰਕਾਸ਼ ਕਰਨਾ, ਬਿਰਾਜਮਾਨ ਕਰਨਾ, ਇਹ ਮਰਜ਼ਾਦਾ ਵੱਖਰੀ ਹੈ। ਅਸੀਂ ਵੀ ਸਾਰੇ ਨਾਲ ਬੈਠੇ, ਹੁਣ ਸਾਰੇ ਉਹ ਕਰ ਰਹੇ ਨੇ। ਤੇ ਵਿੱਚੋਂ ਸੰਪਰਦਾ ਵਾਲੇ ਜਿਹੜੀ ਨਿਹੰਗ ਸਿੰਘਾਂ ਨੂੰ ਨਹੀਂ ਫਿੱਟ, ਉਹ ਨਿਹੰਗ ਸਿੰਘ ਕਹਿੰਦੇ ਇਉਂ ਕਰੋ, ਸਾਨੂੰ ਨਹੀਂ ਫਿੱਟ, ਅਸੀਂ ਕਹਿੰਦੇ ਇਸ ਤਰ੍ਹਾਂ। ਇਹ ਨਹੀਂ ਅਸੀਂ ਕਰਨਾ, ਅਸੀਂ ਉਹੀ ਕਰਨਾ ਜੋ ਕਰ ਰਹੇ ਹਾਂ। ਗੱਲ ਇੱਥੇ ਅੜ ਗਈ ਸੰਤ ਸਮਾਜ ਦੀ ਕਿ ਸਾਰੇ ਸੰਤਾਂ ਦੀਆਂ ਉਦਾਸੀ ਸੀ, ਨਿਰਮਲੇ ਸੀ, ਨਿਹੰਗ ਸਿੰਘ ਸੀ, ਸੇਵਾ ਪੰਥੀ ਸੀ, ਨਾਨਕਸਰ ਵਾਲੇ ਸੀ, ਟਕਸਾਲ ਵਾਲੇ ਸੀ, ਰਾੜਾ ਸੀ। ਇਹਨਾਂ ਦੇ ਸਾਰੀ ਮਰਜ਼ਾਦਾ ਨਾ ਮਿਲੇ ਕਿਸੇ ਦੀ। ਮਖੌਲ ਹੋਣ ਲੱਗੇ ਵੀ ਸੰਤ ਸਮਾਜ ਬਣਿਆ ਸੀ, ਰਹਿਤ ਮਰਜ਼ਾਦਾ ਬਣਾਉਣ ਲੱਗੇ ਸੀ, ਇੱਕ ਹੀ ਨਹੀਂ ਬਣਾ ਸਕੇ। ਕੋਈ ਵੀ ਨਹੀਂ ਬਦਲਣ ਨੂੰ ਤਿਆਰ। ਇਵੇਂ ਹੀ ਕਰਾਂਗੇ। ਸੰਤ ਕਲਿਆਣ ਦਾਸ ਸੀ, ਉਦਾਸੀ ਮਹਾਂਪੁਰਖ, ਉਹਨਾਂ ਨੇ ਫਿਰ ਵਿਚਾਰ ਦਿੱਤੀ ਕਿ ਭਾਈ ਅਸੀਂ ਉਦਾਸੀ ਹਾਂ, ਨਿਰਮਲੇ ਵੀ ਬੈਠੇ, ਸੇਵਾ ਪੰਥੀ ਵੀ ਬੈਠੇ, ਹੋਰ ਸਾਰੇ ਮਹਾਂਪੁਰਸ਼, ਨਾਨਕਸਰ ਵਾਲੇ ਵੀ, ਰਾੜਾ ਸਾਹਿਬ, ਟਕਸਾਲ ਵਾਲੇ, ਨਿਹੰਗ ਸਿੰਘ ਜਥੇਬੰਦੀਆਂ। ਜੇ ਤੁਸੀਂ ਇਹ ਗੱਲ ਕਰੋਗੇ ਨਾ, ਆ ਚੀਜ਼ਾਂ ਵਿੱਚ ਲਓਗੇ ਤੇ ਤੁਸੀਂ ਨਹੀਂ ਇਕੱਠੇ ਹੋ ਸਕਦੇ ਸਾਰੇ। ਮਰਜ਼ਾਦਾ ਪੰਥ ਦੀ ਕੀ ਹੈ? ਗੁਰੂ ਗ੍ਰੰਥ ਸਾਹਿਬ, ਕਿ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋਣ, ਪਹਿਲੀ ਗੁਰਬਾਣੀ ਨੂੰ ਮੰਨਦੇ ਹੋਣ। ਇਹ ਸਾਰੇ ਮਰਜ਼ਾਦਾ ਇੱਕੋ ਪੁੱਤਰ ਪਿਓ ਦੇ ਪੁੱਤਰ ਨੇ, ਸਭ ਦੇ ਵੱਖਰੇ ਵੱਖਰੇ ਤੰਦੇ ਨੇ। ਕਹਿੰਦੇ ਇੱਕ ਬਾਦਸ਼ਾਹ ਦੀਆਂ ਕਿੰਨੀਆਂ ਰਾਣੀਆਂ, ਸਾਰੀਆਂ ਦੇ ਸ਼ਿੰਗਾਰ ਵੱਖਰੇ ਵੱਖਰੇ। ਉਹ ਸਾਰੀਆਂ ਬਾਦਸ਼ਾਹ ਨੂੰ ਖੁਸ਼ ਕਰਨ ਵਾਸਤੇ ਸ਼ਿੰਗਾਰ ਕਰਦੀਆਂ, ਬਾਦਸ਼ਾਹ ਵਾਸਤੇ। ਇਸੇ ਤਰ੍ਹਾਂ ਇੱਕ ਗੁਰੂ ਦੇ ਅਸੀਂ ਹਾਂ। ਸਾਡੇ ਸ਼ਿੰਗਾਰ ਮਹਾਂਪੁਰਸ਼ਾਂ ਦੇ ਵੱਖਰੇ ਵੱਖਰੇ ਨੇ। ਸ਼ਿੰਗਾਰਿਆ ਹੈ ਮਹਾਂਪੁਰਖਾਂ ਨੇ ਨਾਮ ਸਿਮਰਨ ਸੇਵਾ ਨਾਲ ਵੱਧ ਤੋਂ ਵੱਧ। ਇਹ ਸਾਡਾ ਇੱਕ ਹੈ। ਕਹਿੰਦੇ ਹੁਣ ਤੁਸੀਂ ਇੱਕ ਕਿਵੇਂ ਹੋਵੋਗੇ? ਕਹਿੰਦੇ ਮੈਂ ਦੱਸਦਾ, ਇੱਕ ਹੋ ਸਕਦੇ ਜੀ, ਇੱਕ ਹੋ ਸਕਦੇ ਜੀ।
ਕਹਿੰਦੇ ਵੀ ਆ ਫੁੱਲ ਨੇ ਤਰ੍ਹਾਂ ਤਰ੍ਹਾਂ ਦੇ ਮਾਲੀ ਦੇ ਕੋਲ, ਅਲੱਗ-ਅਲੱਗ ਤਰ੍ਹਾਂ ਦੇ ਫੁੱਲ ਨੇ ਸਾਰੇ। ਹੁਣ ਸਾਰੇ ਫੁੱਲਾਂ ਨੂੰ ਕਹੋ ਵੀ ਇੱਕੋ ਜਿਹੇ ਬਣੋ, ਉਹ ਜੇ ਇੱਕੋ ਜਿਹੇ ਬਣ ਜਾਣਗੇ ਤੇ ਫਿਰ ਬਾਗ ਦਾ ਮਾਲੀ ਦਾ ਸ਼ਿੰਗਾਰ ਖਤਮ ਹੋ ਜਾਏਗਾ, ਸੁੰਦਰਤਾ। ਤਰ੍ਹਾਂ ਤਰ੍ਹਾਂ ਦੇ ਫੁੱਲਾਂ ਦੇ ਨਾਲ ਉਸ ਨਰਸਰੀ ਦਾ, ਉਸ ਬਾਗ ਦਾ ਉਹ ਸ਼ਿੰਗਾਰ ਹੈ, ਵੱਖਰੇ ਵੱਖਰੇ ਫੁੱਲ ਆਏ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਆਪਦੀ ਸਿੱਖੀ ਵਿੱਚ ਵੱਖਰੇ ਵੱਖਰੇ ਫੁੱਲ ਲਾਏ ਨੇ। ਕੋਈ ਇਹ ਗੁਲਾਬ, ਕੋਈ ਇਹ ਕਲੀ, ਕੋਈ ਗਲਦੋਦੀ ਹੈ, ਕੋਈ ਗੇਂਦਾ ਹੈ, ਕੋਈ ਵੱਡਾ ਛੋਟਾ ਗੇਂਦਾ ਹੈ, ਕੋਈ ਅਲੱਗ-ਅਲੱਗ ਫੁੱਲ ਹੈ, ਕੋਈ ਵੱਡਾ ਹੈ, ਕੋਈ ਛੋਟਾ ਹੈ, ਕਿਸੇ ਦਾ ਕੋਈ ਰੰਗ ਹੈ, ਕਿਸੇ ਦਾ ਕੋਈ, ਪਰ ਉਹ ਸਾਰੇ ਇੱਕ ਨਹੀਂ ਹੋ ਸਕਦੇ ਕਿ ਸਾਰੀ ਕੋਈ ਖੁਸ਼ਬੂ ਹੋਵੇ, ਇੱਕੋ ਹੀ ਰੰਗ, ਮਹਿਕ ਵੱਖਰੀ, ਰੰਗ ਢੰਗ ਵੱਖਰੇ। ਉਹਨਾਂ ਨਾਲ ਉਹ ਜਿਹੜਾ ਬਾਗ ਹੈ ਬੜਾ ਸੁੰਦਰ ਲੱਗਦਾ ਹੈ। ਮਾਲੀ ਦਾ ਉਹ ਜਿਹੜੇ ਤਰ੍ਹਾਂ ਤਰ੍ਹਾਂ ਦੇ ਫੁੱਲ ਤੇ ਬਾਗ ਬੜਾ ਸੋਹਣਾ ਲੱਗਦਾ, ਇਸ ਕਰਕੇ ਕਿ ਉਹਨੇ ਵੱਖਰੇ ਵੱਖਰੀ ਖੁਸ਼ਬੂਆਂ, ਵੱਖਰੇ ਵੱਖਰੇ ਤਰ੍ਹਾਂ ਦੇ, ਕੋਈ ਸਜਾਵਟ ਪੱਤਿਆਂ ਦੇ ਵਿੱਚ, ਕੋਈ ਵਾੜ ਤੇ ਲਾਉਣ ਵਾਲੇ, ਕੋਈ ਕਿਵੇਂ ਲਾਉਣ ਵਾਲੇ, ਕੋਈ ਦਰਖਤ ਉੱਚਾ ਨੀਵਾਂ ਜਾਣ ਵਾਲਾ, ਸਾਰੇ ਇੱਕ ਨਹੀਂ ਗਏ। ਕਹਿੰਦੇ ਉਹਦੀ ਸੁੰਦਰਤਾ ਇਹਦੇ ਨਾਲ ਹੀ ਹੈ। ਗੁਰੂ ਗੋਬਿੰਦ ਸਿੰਘ ਦਾ ਲੱਗਿਆ ਹੋਇਆ ਬਾਗ ਏ, ਆਖੋ ਜੀ ਵਾਹਿਗੁਰੂ। ਇਹਦੇ ਵਿੱਚ ਸਾਰੇ ਤਰ੍ਹਾਂ ਦੇ ਮਹਾਂਪੁਰਖ ਹੈਗੇ। ਕਹਿੰਦੇ ਜੇ ਤੁਸੀਂ ਇੱਕ ਕਰਨਾ ਹੈ ਨਾ, ਸਾਰਿਆਂ ਦੀ ਇੱਕ ਇੱਕ ਟਾਹਣੀ ਤੋੜ ਕੇ ਇੱਕ ਗਮਲੇ 'ਚ ਪਾ ਦਿਓ, ਗੁਲਦਸਤਾ ਬਣ ਜਾਏਗਾ, ਆਖੋ ਸੀ ਵਾਹਿਗੁਰੂ। ਤੇ ਜੇ ਇੱਕੋ ਤਰ੍ਹਾਂ ਦੇ ਪਾਵਾਂਗੇ ਗੁਲਦਸਤਾ ਥੋੜਾ ਬਣੇਗਾ। ਇਹ ਸਿੱਖ ਧਰਮ ਦਾ ਗੁਲਦਸਤਾ ਬਣੇਗਾ ਜਦੋਂ ਤੁਸੀਂ ਸਾਰੇ ਮਨ ਦੀਆਂ ਵਿਚਾਰਾਂ ਕਰਕੇ ਇੱਕ ਹੋ ਜਾਓਗੇ। ਅਸੀਂ ਭਾਈ ਭਾਈ ਹਾਂ, ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰ ਹਾਂ। ਸ਼ਿੰਗਾਰ ਸਾਡੇ ਸਾਰੇ ਵੱਖਰੇ ਵੱਖਰੇ ਨੇ। ਇਹਨਾਂ ਗੱਲਾਂ ਪਿੱਛੇ ਕਦੀ ਵੀ ਨਹੀਂ ਅੜਦੇ, ਗੁਰਮੁਖ ਨਹੀਂ ਅੜਦੇ। ਸਾਡੇ ਤਖਤਾਂ ਦੇ ਜਥੇਦਾਰ ਨਾਨਕਸਰ ਵੀ ਆਉਂਦੇ ਆ, ਸਾਰੀਆਂ ਸੰਪਰਦਾਵਾਂ 'ਚ ਆਉਂਦੇ ਆ। ਹਜ਼ੂਰ ਸਾਹਿਬ ਵੀ ਜਾਂਦੇ ਆ, ਪੜਨਾ ਸਾਹਿਬ ਵੀ ਜਾਂਦੇ। ਹੁਣ ਹਜ਼ੂਰ ਸਾਹਿਬ ਅਕਾਲ ਤਖਤ ਦੇ ਜਥੇਦਾਰ ਆਏ, ਗਿਆਨੀ ਹਰਪ੍ਰੀਤ ਸਿੰਘ ਜੀ, ਤੇ ਅਸੀਂ ਵੀ ਮੱਥਾ ਟੇਕਣ ਗਏ ਪਰਸੋਂ ਸਵੇਰੇ। ਉਹ ਵੀ ਆਏ ਤੇ ਉਹਨਾਂ ਨੇ ਲੰਬਾ ਚੋਲਾ ਪਾਇਆ ਤੇ ਪਜਾਮਾ ਲਾਇਆ ਹੋਇਆ, ਕਿਉਂਕਿ ਉੱਥੇ ਪਜਾਮਾ ਨਹੀਂ ਪਾਉਣ ਦਿੰਦੇ। ਇੱਧਰ ਹਰਿਮੰਦਰ ਸਾਹਿਬ ਚੋਲੇ ਵਾਲੇ ਗ੍ਰੰਥੀ ਬਣੇ। ਉਹਨਾਂ ਕਿਹਾ ਭਾਈ ਰਾਮ ਸਿੰਘ ਜੀ ਸੀ, ਹੋਰ ਵੀ ਸੀ, ਕਹਿੰਦੇ ਪਜਾਮਾ ਪਾਉਣਾ ਪੈ ਗਿਆ, ਇੱਥੇ ਪਜਾਮੀ ਪਾਉਣੀ ਪੈਂਦੀ, ਉੱਥੇ ਲਾਉਣੀ ਪੈਂਦੀ। ਉੱਥੋਂ ਦੀ ਮਰਜ਼ਾਦਾ ਦੇ, ਅਰਦਾਸਾਂ ਦੇ, ਭੋਗ ਲਵਾਉਣ ਦੇ ਸਾਰੇ ਫਰਕ ਨੇ। ਪਰ ਸਾਰੇ ਸਿੰਘ ਸਾਹਿਬ ਉੱਥੇ ਉਵੇਂ ਹੀ ਮਰਜ਼ਾਦਾ ਕਰਦੇ ਆ। ਜਦੋਂ ਹਜ਼ੂਰ ਸਾਹਿਬ ਜਾਂਦੇ ਆ, ਜਿਵੇਂ ਨਾਨਕਸਰ ਅਸੀਂ ਕਰ ਰਹੇ ਹਾਂ, ਫਿਰ ਸਾਡੇ ਨਾਲ ਖੜ੍ਹਦੇ ਆ। ਅਸੀਂ ਹਜ਼ੂਰ ਸਾਹਿਬ ਜਾਈਏ, ਅੰਮ੍ਰਿਤਸਰ ਜਾਈਏ, ਅਸੀਂ ਉੱਥੇ ਉਸੇ ਅਰਦਾਸਾਂ 'ਚ ਸਭ 'ਚ ਸ਼ਾਮਲ ਹੁੰਦੇ ਹਾਂ। ਇਹ ਵਾਦ ਵਿਵਾਦ ਚਲਾਉਣ ਵਾਲਾ ਬੰਦਾ ਗਲਤ ਹੁੰਦਾ ਹੈ। ਸਾਰਾ ਪੰਥ ਇੱਕ ਹੈ, ਸਾਰੇ ਪੰਥ ਦੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਹੇਠਾਂ ਗੁਰੂ ਨਾਨਕ ਨਾਮ ਲੇਵਾ ਸਾਰੇ ਇਕੱਠੇ ਆ, ਆਖੋ ਸੀ ਵਾਹਿਗੁਰੂ। ਸਾਡੇ ਗੁਰੂ ਨਾਨਕ ਜਗਤ ਗੁਰੂ, ਗੁਰੂ ਨਾਨਕ, ਪਰ ਆਪਣੇ ਰੰਗ ਢੰਗ ਮਰਜ਼ਾਦਾ ਕਦੀ ਵੀ ਬਦਲਣੀ ਨਹੀਂ ਕਿਸੇ ਮਗਰ ਲੱਗ ਕੇ। ਆਪਦੇ ਮਹਾਂਪੁਰਖਾਂ ਦੇ ਪੂਰਨਿਆਂ ਦੇ ਚੱਲਣਾ, ਚੜ੍ਹਦੇ ਜਾਵਾਂਗੇ। ਜਿਸ ਦਿਨ ਅਸੀਂ ਕਹਿਣ ਵੀ ਅਸੀਂ ਸ਼ਾਇਦ ਵੱਡੇ ਬਣ ਜਾਵਾਂਗੇ, ਹੋਰਨਾਂ ਦੇ ਨਾਲ ਰਲ ਕੇ, ਇੱਧਰ ਉੱਧਰ ਰਲ ਕੇ, ਤੇ ਫਿਰ ਤਾਂ ਤੁਹਾਨੂੰ ਪਤਾ ਹੀ ਹੈ, ਸ਼੍ਰੋਮਣੀ ਕਮੇਟੀ ਵੀ ਹੈਗੀ ਹੈ, ਬੋਰਡ ਵੀ ਹੈਗਾ ਹੈ ਸੱਚਖੰਡ ਦਾ, ਦਿੱਲੀ ਵਾਲੀ ਕਮੇਟੀ ਵੀ ਹੈਗੀ ਹੈ,
ਅੰਦਰ ਰਾਗੀ ਭਾਈ ਪਾਠੀ ਪਹਿਰੇਦਾਰ ਵੀ ਹੈਗੇ ਆ, ਜਿਹੜੇ ਗੁਰਧਾਮਾਂ ਦੇ ਆਪਣੇ ਆਪ ਨੂੰ ਪੰਥ ਦਾ ਦਾਅਵਾ ਰੱਖਦੇ ਆ, ਤੇ ਮਹਾਂਪੁਰਸ਼ ਵੀ ਹੈਗੇ ਆ। ਮਹਾਂਪੁਰਖਾਂ ਨਾਲ ਕੋਈ ਮਿਲ ਨਹੀਂ ਸਕਦਾ। ਬੜੇ ਬੜੇ ਅਹੁਦੇਦਾਰ ਤੁਸੀਂ ਦੇਖੋਗੇ, ਇੱਕ ਹੁਣ ਅਕਾਲ ਤਖ਼ਤ ਦਾ ਜਥੇਦਾਰ ਰਿਹਾ ਸੀ, ਉਹ ਹੁਣ ਭੀਖ ਹੀ ਮੰਗਦਾ ਫਿਰਦਾ। ਬਹੁਤ ਮਾੜਾ ਹਾਲ ਹੈ, ਬਸ ਹੀ ਭੱਜਿਆ ਫਿਰਦਾ। ਕਦੀ ਕੋਈ ਕਾਲਜ ਸਕੂਲ, ਕਈ ਅਕੈਡਮੀ, ਕਦੀ ਕੁਝ, ਕਦੀ ਬਹੁਤ ਔਖਾ ਹੁੰਦਾ। ਪਰਿਵਾਰ ਵੀ ਸਾਰਾ ਵਿਗੜਿਆ ਪਿਆ, ਉਹ ਸੰਤਾਂ ਦੇ ਉਲਟ ਚੱਲਦਾ। ਇਹ ਆਪਣੇ ਮਿਸ਼ਨ, ਆਪਣੇ ਧਰਮ, ਆਪਣੇ ਮਹਾਂਪੁਰਸ਼ਾਂ ਨੂੰ, ਅਸੀਂ ਪੰਥੀ ਹਾਂ, ਅਸੀਂ ਪੰਥ ਦੇ ਨਾਲ ਜੁੜੇ ਹੋਏ ਹਾਂ। ਮਰਜ਼ਾਦਾ 'ਚ ਪੱਕੇ ਰਹਿਣਾ, ਜੋ ਬਾਬਾ ਜੀ ਦੇ ਘਰ ਦੀ ਸਿੱਖਿਆ, ਇਹੀ ਸਾਨੂੰ ਸਿੱਖਿਆ ਬਾਬਾ ਜੀ ਸਮਾਦੇ ਦਿੰਦੇ ਸੀ ਵੀ ਆਪਾਂ ਆਪਣੀ ਮਰਜ਼ਾਦਾ ਇਹੀ ਹੈ। ਤੁਸੀਂ ਉੱਥੇ ਮਰਜ਼ਾਦਾ ਇੱਕ ਹੋ ਰਹੀ ਹੈ ਨਾ, ਜਾ ਰਹੇ ਜੇ, ਆਪਾਂ ਬਦਲ ਨਹੀਂ ਸਕਦੇ, ਸਾਡੇ ਗੁਰੂਆਂ ਦੀ ਚਲਾਈ ਹੋਈ। ਹਜ਼ੂਰ ਸਾਹਿਬ ਵਾਲੇ ਕਹਿੰਦੇ ਅਸੀਂ ਨਹੀਂ ਬਦਲ ਸਕਦੇ। ਹਰਿਮੰਦਰ ਸਾਹਿਬ ਤੇ ਅਕਾਲ ਤਖ਼ਤ ਆਹਮਣੇ ਸਾਹਮਣੇ ਆ, ਉਹ ਨਹੀਂ ਬਦਲ ਸਕਦੇ। ਅਕਾਲ ਤਖ਼ਤ ਵਾਲੀ ਮਰਜ਼ਾਦਾ ਹਰਿਮੰਦਰ ਸਾਹਿਬ 'ਚ ਨਹੀਂ ਚੱਲ ਸਕਦੀ, ਹਰਿਮੰਦਰ ਸਾਹਿਬ ਵਾਲੀ ਅਕਾਲ ਤਖ਼ਤ 'ਤੇ ਨਹੀਂ ਚੱਲ ਸਕਦੀ। ਉੱਥੇ ਜਕਾਰੇ ਵੀ ਛੱਡਣੇ ਆ, ਢਾਡੀ ਵੀ ਲੱਗਣੇ ਆ। ਅਕਾਲ ਤਖ਼ਤ 'ਤੇ ਕਥਾ ਵਾਰਤਾ ਵੀ ਹੋਣੀਆਂ, ਸਿਆਸੀ ਮਸਲੇ ਵੀ ਵਿਚਾਰੇ ਜਾਣੇ ਆ। ਹਰਿਮੰਦਰ ਸਾਹਿਬ 'ਚ ਇਕੱਲਾ ਨਾਮ ਹੀ, ਉੱਥੇ ਦੋਹਰਾ ਵੀ ਨਹੀਂ ਪੜ੍ਹਨਾ, ਕਥਾ ਵੀ ਨਹੀਂ ਕਰਨੀ। ਨਿਰੋਲ ਗੁਰਬਾਣੀ ਕੀਰਤਨ ਕਰਨਾ, ਕੋਈ ਦੂਜੀਆਂ ਧਾਰਨਾ, ਕੋਈ ਚੀਜ਼ਾਂ ਨਹੀਂ ਲਾਉਣੀਆਂ। ਅਕਾਲ ਤਖ਼ਤ 'ਤੇ ਕਰੀ ਜਾਓ, ਲਾਈ ਜਾਓ। ਸਾਹਮਣੇ ਸਾਹਮਣੇ ਦੋਵੇਂ ਅਸਥਾਨ ਨੇ, ਉਹਨਾਂ ਦਾ ਅੰਤਰ ਹੀ। ਅਰਦਾਸ ਹੁੰਦੀ ਹੈ, ਤੂੰ ਠਾਕਰ ਤੁਮ ਪਏ, ਅਰਦਾਸ ਨਹੀਂ ਪੜ੍ਹਿਆ ਜਾਂਦਾ, ਦੋਹਰਾ ਨਹੀਂ ਪੜ੍ਹਿਆ ਜਾਂਦਾ। ਬਸ ਇਹਦੇ ਵਿੱਚ ਹੀ ਵਡਿਆਈ ਹੁੰਦੀ ਹੈ ਕਿ ਤੁਸੀਂ ਜਿੱਥੋਂ ਦਾ ਜਿਹੜਾ ਗੁਣ ਹੈ ਉਹਨੂੰ ਸੰਭਾਲ ਕੇ ਬਣ ਕੇ ਰਹੋਗੇ, ਤੁਹਾਡੀ ਜੈ ਜੈਕਾਰ ਹੁੰਦੀ ਜਾਏ। ਜਿਸ ਨੂੰ ਛੱਡੋਗੇ ਤੇ ਫਿਰ ਜੈ ਜੈਕਾਰ ਨਹੀਂ ਰਹੇਗੀ। ਜਿਸ ਡਾਲੀ ਦੇ ਨਾਲ ਜੁੜੇ ਆ, ਉਸੇ ਡਾਲੀ ਦੇ ਬਣ ਕੇ ਉਹੋ ਹੀ ਗੁਣ ਅਪਣਾਉਣੇ ਆ। ਬਾਕੀ ਸਭ ਆਪਾਂ ਦੇ ਨਾਲ ਚੱਲਣਾ ਹੈ। ਗੁਰੂ ਸਾਹਿਬ ਦੀ ਸੇਵਾ, ਹੁਕਮਨਾਮੇ ਦੀ ਮਰਜ਼ਾਦਾ ਅੰਤਰ ਹੈ, ਪਰ ਆਪਣਾ ਉਹੀ ਹੈ ਜੋ ਆਪਾਂ ਇੱਥੇ ਮਰਜ਼ਾਦਾ ਮਹਾਂਪੁਰਖਾਂ ਨੇ ਸਾਨੂੰ ਸਿਖਾਈ ਹੈ। ਸਾਧੂ ਸੰਗ ਸਿਖਾਇਓ ਨਾ, ਸਰਬ ਮਨੋਰਥ ਪੂਰਨ ਕਾਮ। ਜਿਹੜੇ ਮਹਾਂਪੁਰਸ਼ ਆਪਣੇ ਰੰਗ ਢੰਗ ਮਰਜ਼ਾਦਾ 'ਚ ਲੱਗੇ ਹੋਏ ਨੇ, ਗੁਰੂ ਸਾਹਿਬ ਦੀਆਂ ਕਿਰਪਾ ਹੈ, ਚੜ੍ਹਦੀਆਂ ਕਲਾਂ। ਪੁੱਛੋ ਸਾਹਿਬ ਤੇ ਨਾਨਕ ਸਾਰੇ ਇੱਕ ਚੀਜ਼ ਹੈ। ਇਹਨਾਂ ਦੇ ਇੱਥੇ ਵੀ ਥੋੜ੍ਹੀ ਥੋੜ੍ਹੀ ਮਰਜ਼ਾਦਾ ਦਾ ਫਰਕ ਹੈ। ਅਸੀਂ ਉਹਨੂੰ ਇੱਕ ਨਹੀਂ ਕੀਤਾ, ਜਿਵੇਂ ਚੱਲਦਾ ਸੀ ਉਵੇਂ ਹੀ ਇੱਥੋਂ ਦੀ ਮਰਜ਼ਾਦਾ ਰੱਖੀ ਉਵੇਂ। ਨਾਨਕਸਰ ਨਹੀਂ ਰਹਿ ਰਾਸ ਤੋਂ ਪਹਿਲੋਂ ਆਰਤੀ ਹੁੰਦੀ, ਇੱਥੇ ਹੁੰਦੀ ਹੈ। ਬਾਬਾ ਜੀ ਵੱਡਿਆਂ ਤੋਂ ਚੱਲਦੀ ਹੈ। ਇੱਥੇ ਰਹਿ ਰਾਸ ਦੇ ਨਾਲ ਕੀਰਤਨ ਸੋਲਾ ਪੜ੍ਹਿਆ ਜਾਂਦਾ, ਅਸੀਂ ਉਹਨੂੰ ਨਹੀਂ ਬੰਦ ਕੀਤਾ, ਭਾਵੇਂ ਸਾਰੀ ਉਮਰ ਨਾਨਕਸਰ ਵਿੱਚ ਲਾਈ। ਜਿਵੇਂ ਜਿਵੇਂ ਇੱਥੋਂ ਦੀ ਸਾਰੀ ਮਰਜ਼ਾਦਾ ਬਾਬਾ ਜੀ ਵੇਲੇ ਤੋਂ ਚੱਲਦੀ ਸੀ, ਉਹ ਸਾਰੀ ਉਵੇਂ ਹੀ ਰੱਖਣ ਦੀ, ਵੀ ਉਹ ਉਸੇ ਤਰ੍ਹਾਂ ਹੀ ਰੱਖਾਂਗੇ ਜਿਵੇਂ ਮਹਾਂਪੁਰਖਾਂ ਦੀ ਚਲਾਈ ਹੋਈ ਮਰਜ਼ਾਦਾ ਹੈ। ਇੱਥੇ ਭਾਵੇਂ ਅਸੀਂ 35-40 ਸਾਲ ਨਾਨਕਸਰ ਲਾਇਆ, ਪਰ ਇੱਥੋਂ ਦੀ ਮਰਜ਼ਾਦਾ ਜਿਹੜੀ ਇੱਥੇ ਸੁੱਖ ਹੁੰਦਾ ਪੂਰਿਆਂ ਮਹਾਂਪੁਰਖਾਂ ਨਾਲ, ਉਹਨਾਂ ਦੀ ਵਡਿਆਈ ਉਹਨਾਂ ਨਾਲ ਹੀ ਹੈ। ਬਾਬਾ
ਮਾਹਰ ਨਾਮ ਸਿੰਘ ਦੀ, ਦੂਸਰੇ ਬਾਬਾ ਨਰੈਣ ਸਿੰਘ ਜੀ ਇੱਥੇ ਹੋਏ, ਬਾਬਾ ਈਸ਼ਰ ਸਿੰਘ ਜੀ ਹੋਏ, ਬਾਬਾ ਖੇਮ ਸਿੰਘ ਜੀ ਮਹਾਂਪੁਰਖ ਹੋਏ। ਉਹਨਾਂ ਦੀਆਂ ਸੋਭਾ ਉਹਨਾਂ ਦੇ ਨਾਲ ਹੈ। ਗੁਰੂ ਦੀ ਮਰਜ਼ਾਦਾ ਦੇ, ਗੁਰੂ ਦੇ ਪੂਰਨਿਆਂ ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰਨਾ ਹੈ। ਸਾਰੇ ਜਣੇ ਇੱਕ ਵਾਰੀ ਪੜ੍ਹ ਲਓ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ। ਇੱਕ ਪੰਕਤੀ ਸਾਹਮਣੇ ਆਈਏ, ਪੜ੍ਹਿਓ, ਪਹਿਲੋਂ ਪੂਰੀ ਕਰ ਲਈਏ। ਬਾਬਾ ਫਰੀਦ ਜੀ ਕਹਿੰਦੇ, ਕੰਧ ਕੁਹਾੜਾ ਸਿਰ ਘੜਾ ਵਣ ਕੇ ਸਰ ਲੋਹਾਰ। ਕਹਿੰਦੇ ਮੋਢੇ ਤੇ ਰੱਖਿਆ ਇੱਕ ਕੁਹਾੜਾ, ਕੰਧੇ ਤੇ, ਸਿਰ ਤੇ ਰੱਖਿਆ ਘੜਾ, ਤੇ ਲੱਕੜਾ ਲੱਭਦਾ ਫਿਰਦਾ ਲੋਹਾਰ ਜੰਗਲ ਵਿੱਚ। ਕਹਿੰਦੇ ਉਹ ਵੀ ਜੰਗਲ ਵਿੱਚ, ਮੈਂ ਵੀ ਜੰਗਲ 'ਚ ਹਾਂ। ਉਹ ਵੀ ਕੋਈ ਲੱਭਦਾ ਫਿਰਦਾ, ਮੈਂ ਵੀ ਕੋਈ ਲੱਭਦਾ ਫਿਰਦਾ। ਆਖੋ ਸੀ ਵਾਹਿਗੁਰੂ। ਬਾਬਾ ਜੀ ਕਹਿੰਦੇ ਇਹ ਵੀ ਲੱਭਦਾ ਫਿਰਦਾ ਹੈ, ਇਹ ਕੋਲੇ ਲੱਭਦਾ ਫਿਰਦਾ ਏ। ਹਾਂ ਲੋੜੀ ਸਹੋ ਆਪਣਾ, ਤੂੰ ਲੋੜੇ ਅੰਗਿਆਰ। ਉਹ ਲੋਹਾਰ, ਮੈਂ ਰੱਬ ਨੂੰ ਲੱਭਦਾ ਇਸ ਜੰਗਲ 'ਚ, ਤੂੰ ਲੱਭਦਾ ਇਸ ਕੋਲੇ ਅੰਗਿਆਰ। ਤੂੰ ਵੀ ਇਸੇ ਜੰਗਲ 'ਚ। ਹਾਂ ਲੋੜੀ ਸਹੋ ਆਪਣਾ। ਉਸੇ ਜੰਗਲ ਵਿੱਚ ਬਾਬਾ ਫਰੀਦ ਜੀ ਖੁਦਾ ਨੂੰ ਪਾ ਗਏ, ਖੁਦਾ ਨੂੰ ਮਿਲ ਗਏ। ਬੜੇ ਹੈਰਾਨ ਕਰਨ ਵਾਲੇ ਮਹਾਂਪੁਰਖਾਂ ਦੇ ਜੀਵਨ ਹੁੰਦੇ ਆ ਕਿ ਬਾਬਾ ਜੀ ਘਰ ਵਿੱਚ ਨਮਾਜ਼ ਪੜ੍ਹਦੇ ਸੀ। ਨਮਾਜ਼ ਤੋਂ ਬਾਬਾ ਜੀ ਫਰੀਦ ਜੀ ਨੇ ਘਰ ਛੱਡਤਾ, ਪੱਤੇ ਖਾ ਕੇ ਗੁਜ਼ਾਰਾ ਕਰਦੇ ਆ। ਕਲਾਸਾਂ ਨੇ ਸਾਰੀਆਂ। ਹੌਲੀ ਹੌਲੀ ਤਪ ਕੀਤਾ, 36 ਸਾਲ ਲੰਘੇ। ਮਹਾਂਪੁਰਖਾਂ ਨੂੰ ਨਾਮ ਜਪਿਆ, ਸ਼ਕਤੀ ਆ ਗਈ, ਪਰ ਖੁਦਾ ਨਾਲ ਇੱਕ ਮਿਕ ਨਹੀਂ ਹੋਈ। ਖੁਦਾ ਨਹੀਂ ਮਿਲਿਆ। ਖੁਦਾ ਨੂੰ ਪੁਕਾਰਦੇ ਰਹੇ, ਲੱਭਦੇ ਰਹੇ। ਫਿਰ ਇੱਕ ਬੀਬੀ ਨੇ ਸਮੱਤ ਦਿੱਤੀ, ਪਤੀ ਵਰਤਾ ਨੇ, ਖਸਮ ਬਾਣੀ ਨੇ, ਕਿ ਫਰੀਦਾ ਤੂੰ ਹੈ ਨਖਸਮਾ। ਆਖੋ ਸੀ ਵਾਹਿਗੁਰੂ। ਤੇ ਮੈਂ ਹਾਂ ਖਸਮ ਬਾਣੀ। ਆਖੋ ਸੀ ਵਾਹਿਗੁਰੂ। ਮੈਂ ਆਪਣੇ ਪਤੀ ਨੂੰ ਪਰਮਾਤਮਾ ਸਮਝਿਆ। ਤੂੰ ਅਜੇ ਨਖਸਮਾ ਹੈ, ਤੈਨੂੰ 36 ਸਾਲ ਹੋ ਗਏ ਨੇ ਭਟਕਦੇ ਨੂੰ। ਜੰਗਲ ਜੰਗਲ ਕਿਆ ਭਵੇ ਵਣ ਕੰਡਾ ਮੋੜੇ। ਕਹਿੰਦੇ ਜੰਗਲਾਂ ਵਿੱਚ ਤਾਂ ਕੰਡੇ ਹੀ ਵੱਜਦੇ, ਨਾਲੇ ਫਿਰਦੇ ਰਹੇ। ਵਸੀ ਰੱਬ ਹਿਆਲੀਏ ਜੰਗਲ ਕਿਆ ਢੂੰਡੇ। ਕੋਈ ਗੁਰੂ ਸਾਹਿਬ ਨੇ ਵੀ ਜਵਾਬ ਦਿੱਤੇ ਹੋਏ ਨੇ, ਕੋਈ ਬਾਬਾ ਫਰੀਦ ਜੀ ਨੂੰ ਗੁਰੂ ਸਾਹਿਬ ਨੇ ਫਿਰ ਜਵਾਬ ਦਿੱਤੇ ਆ। ਇਹ ਮਹਾਂਪੁਰਸ਼ ਸਿੱਧੇ ਬਹਿ ਕੇ ਬਾਣੀ ਉਚਾਰਦੇ ਸੀ। ਫਰੀਦਾ ਜੰਗਲ ਜੰਗਲ ਕਿਆ ਪਵੇ। ਹੁਣ ਉਹੀ ਫਰੀਦ ਜੀ ਕਹਿ ਰਹੇ ਨੇ ਕਿ ਰੱਬ ਨੂੰ ਹਿਰਦੇ 'ਚ ਲੱਭ। ਆਖੋ ਉਹ ਜੰਗਲਾਂ 'ਚ ਨਹੀਂ ਲੱਭਦਾ, ਅੰਦਰ ਢੂੰਡ। ਇੱਥੇ ਬਾਬਾ ਮਾਹਰ ਨਾਮ ਸਿੰਘ ਜੀ ਨੂੰ ਲੱਭ ਲਓ ਕਿ ਇੱਥੇ ਨੇ, ਕਿ ਗੱਦੀ ਸਾਹਿਬ ਨੇ, ਕਿ ਟਿੱਲਾ ਸਾਹਿਬ, ਤੇ ਕਿੱਥੇ ਨੇ। 36 ਸਾਲ 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 36
किस रूप च कित्थे बैठे मुश्किल है। जदों असीं अपने अंदर झाती मारांगे ना, मन जोड़ांगे, ते बाबा महानाम सिंह जी सानू उत्थे ही नज़र आ जाणगे। आखो सी वाहिगुरू। उत्थे ही आ जाणगे। हुण कई लोग गद्दी साहब दे बाहर अरदास करदे आ, मेन वो थां अरदास कीती जांदी। हुण कई हस्तियां ने, वो बाबा खेम सिंह जी महापुरख भी उन्होंने फिर अंदर अरदास कराउंदे सी। एक बाहर खड़ा है, एक अंदर वड़ के अरदास करता है। दो आदमी सी इलैक्शनां च खड़े, एक होर किते सी, एक इत्थे। इत्थों वाला जिहड़ा सी उन्हें अपने आप को विचारिया कि बाबा जी के घर की मर्यादा है कि मैं वो पालन करना है। वो जिस बरादरी जात दे विच सी उन्हें गेट ते खड़ के अरदास की, ते बाबा महानाम सिंह जी ने उनकी सुन ली। एक ने साडे कोल अंदर आण के अरदास की कि मैं उच्ची जात दा, साडे कोल अंदर जाके अरदास की गद्दी, उनकी नहीं सुनी गई। तुहाडी भावना की है? किते बैठे अरदास करो। संत राम सिंह जी कहते सिंगापुर कोई प्रेमी सी साडे नाल तुरिया, एयरपोर्ट ते छड्डण चलिया सानू। उन्हें सारी विथ्या सुनाई कि मेरा जी बहुत लखां करोड़ां अरबां खरबां दा काम दा नुकसान होया पिया। जिस बंदे ने करना वो मेरी गल ही नहीं सुन रहा। संत राम सिंह जी कहते असीं हुण कहे भाई फिर रोक एक मिनट, भी मेरा काम हो जाए, मैं बहुत औखा, बड़ा करोड़ां दा नुकसान हो रहा है। एक बंदा जिन्हें करना वो मेरी गल नहीं सुन रहा। कहते असीं किसी अफसरां नूं किसी दूजे तीजे नूं तां कह नहीं सकते, साडी तां कोई पहचान नहीं। साडी इक्को पहचान है, साडे बाबा महानाम सिंह जी पुच्छो वाले बड़े बड़े महापुरुष ने, बड़े शक्तियां वाले। कहते तू खड़ इत्थे साडे कोल, हथ जोड़ के हथ पैर धोया, जोड़ा ला लिया, कुर्सी दे बैठे सी व्हील चेयर ते। पुच्छो दा ध्यान धर के गद्दी साहब दे अरदास कीती कि बाबा जी कृपा करो, तुहाडे बच्चे ने, इन्हां दा इन्ना नुकसान हो रहा, तुसीं वसो हिरदियां च ते तुहाडा शुकराना करनगे। कहते जदों असीं कीती ना अरदास, वो फिर हुण सानू व्हील चेयर ते लैके नाल अंदर तक जाना सी उन्हें। असीं तुर पे अगे बैठे, जदों जहाज दे विच बैठना सी अड़ीकण लगे कि अजे शुरुआत नहीं हुई। कहते बैठिया बैठिया ही 15-20 10-15 मिनटां दे विच उन्होंने फोन आ गया। फोन आया किसी अपने बंदे का भी जेड़े बंदे तो आप काम करवाना है, साड़ी गलबात उनके नाल हैगी है, तू आ असी तेरा काम करवा देने सारा। कोई कागजात नहीं मिलते सी, कहते वो कागजात भी आपां नूं मिल गए आ। जिहड़े कागज नहीं मिल रहे सी वो कागज भी मिल गए आ, साडा लिंक भी हो गया, तू आ जा, तेरा बस काम होया ही पिया है। बड़ी पावर वाले ने फोन किया, कहते जदों मैं फोन आया ना बस पूरी तसली हो गई, हुण तक काम होया ही पिया है। वो फोन सुन के ही आण के मत्था टेक के कह लगा, महाराज जी बाबा जी की बड़ी वड्डी शक्ति है। कहते एयरपोर्ट सिंगापुर ते अरदास की, धन बाबा महानाम सिंह जी महाराज ने सुन लई, ते उनका करोड़ां का नुकसान हो रहा सी, वो सारा उनका बचाव हो गया। आखो सी
ਗੁਰੂ ਦੇ ਭਰੋਸੇ ਦੀ ਲੋੜ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਜਿੱਥੇ ਰਹਿੰਦੇ ਨੇ ਉੱਥੇ 22 ਮੰਜੀਆਂ ਲਾਈ ਬੈਠੇ ਨੇ, ਗੁਰੂ ਬਣੇ ਬੈਠੇ ਆ, ਲੱਖਾਂ ਸ਼ਰਧਾਲੂ ਆਉਂਦੇ, ਕੋਈ ਕਿਸੇ ਕੋਲ ਕੋਈ। ਇੱਕ ਗਰੀਬ ਲਬਾਣਾ ਸਿੱਖ ਸਮੁੰਦਰ ਦੇ ਵਿੱਚੋਂ ਅਰਦਾਸ ਕੀਤੀ, ਸਮੁੰਦਰ ਤੋਂ, ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹ ਅਰਦਾਸ ਸੁਣ ਲਈ। ਸੁਣੀ ਅਰਦਾਸ ਸੁਆਮੀ, ਜਿਹੜੇ ਭੋਰਿਆਂ 'ਚ ਲੁਕ ਕੇ ਬੈਠੇ ਸੀ, ਜਿਹੜੇ ਬਾਬੇ ਬਕਾਲੇ ਆਇਆਂ ਨਾਲ ਕਿਸੇ ਨਾਲ ਗੱਲ ਨਹੀਂ ਕਰਦੇ ਸੀ, ਮਿਲਦੇ ਨਹੀਂ ਸੀ, ਜਿਹੜੇ ਬਾਬੇ ਬਕਾਲੇ ਤੋਂ ਹੀ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਤੋਂ ਖਾਲੀ ਮੁੜ ਜਾਂਦੇ ਸੀ, ਉਹਨਾਂ ਨੂੰ 9ਵੀਂ ਪਾਤਸ਼ਾਹੀ ਲੱਭੀ ਨਹੀਂ। ਤੇ ਸਮੁੰਦਰ ਵਿੱਚ ਹਜ਼ਾਰਾਂ ਮੀਲ ਤੋਂ ਅਰਦਾਸ ਕਰਨ ਵਾਲਾ, 5, 7, 10 ਹਜ਼ਾਰ ਮੀਲ ਤੋਂ ਦੂਰੋਂ ਅਰਦਾਸ ਕਰਨ ਵਾਲੇ ਨੂੰ ਗੁਰੂ ਤੇਗ ਬਹਾਦਰ ਸਾਹਿਬ ਲੱਭ ਗਏ। ਆਖੋ ਸੀ ਮਾਲਕ ਸੁਣਦਾ ਹੈ ਦਿਲ ਦੀਆਂ ਅਰਦਾਸਾਂ, ਭਾਵਨਾ ਦੀਆਂ ਅਰਦਾਸਾਂ, ਸ਼ਰਧਾ ਦੀਆਂ ਅਰਦਾਸਾਂ। ਤੂੰ ਭਰੋਸਾ ਰੱਖ ਗੁਰੂ ਦੇ, ਭਾਵਨਾ ਦੇ ਨਾਲ ਸੇਵਾ ਕਰ, ਗੁਰੂ ਸਾਹਿਬ ਤੁਹਾਡੀ ਕਿਰਪਾ ਕਰਨਗੇ। ਬੜੇ ਲੋਕਾਂ ਨੇ ਬੜੇ ਅਖੰਡ ਪਾਠ, ਬੜੇ ਸੰਪਟ ਪਾਠ, 11 ਦਿਨਾਂ ਵਾਲੇ ਮਾਂ ਸੰਪਟ ਪਾਠ ਪ੍ਰਦੇਸ਼ ਵਿੱਚ ਬੈਠਿਆਂ ਨੇ ਕਰਾਏ। ਬਾਬਾ ਜੀ ਦੇ ਅਸੀਂ ਨਹੀਂ ਆ ਸਕਦੇ, ਜਹਾਜ਼ ਬੰਦੇ, ਅਸੀਂ ਇੱਥੋਂ ਹੀ ਪਾਠੀਆਂ ਦੀ ਸੇਵਾ ਕਰ ਦਿਆਂਗੇ, ਪੂਜਾ ਭੇਜ ਦਿਆਂਗੇ, ਘਰੇ ਬੈਠੇ ਹੀ ਪਾਠ ਸੁਣਾਂਗੇ ਅਸੀਂ ਸਾਰਾ। ਅਰਦਾਸ 'ਚ ਸ਼ਾਮਲ ਹੋਏ, ਇੱਧਰ ਲਾਏ ਗਏ ਲਿੰਕ ਦਿੱਤੇ ਗਏ YouTube ਤੇ ਉੱਤੇ ਪਾਠ, ਜਿਹੜੇ ਉਹਨਾਂ ਨੇ ਘਰਾਂ ਵਿੱਚ ਕਰਾਏ, ਸੁਣੇ, ਆਪਦੇ ਘਰੇ ਬੈਠ ਕੇ ਉੱਥੇ ਹੀ ਅਰਦਾਸ 'ਚ ਸ਼ਾਮਲ ਹੋਏ। ਬਾਬਾ ਜੀ ਨੇ ਉਹਨਾਂ ਦੀਆਂ ਰੱਖਿਆ ਕੀਤੀਆਂ, ਬੇਨਤੀਆਂ ਸੁਣੀਆਂ, ਉਹਨਾਂ ਦੇ ਕਾਰਜ ਰਾਸ ਹੋਏ ਨੇ, ਜਿਹੜੇ ਭਰੋਸੇ ਤੇ ਭਾਵਨਾ ਨਾਲ ਕਰਦੇ ਆ। ਮਹਾਂਪੁਰਸ਼ ਕਹਿੰਦੇ ਸੀ ਸਾਡੇ ਕੋਲ ਕਈ ਆਉਂਦੇ, ਜੀ ਸਾਡਾ ਇਹ ਹੋ ਜਾਏਗਾ ਕੰਮ, ਇਹ ਹੋ ਸਕਦਾ ਹੈ। ਮਹਾਰਾਜ ਸਾਨੂੰ ਤਾਂ ਲੱਗਦਾ ਹੀ ਇਹ ਤਾਂ ਸਾਡਾ ਕੰਮ ਇਹ ਹੋਣਾ ਨਹੀਂ। ਕਹਿੰਦੇ ਅਸੀਂ ਉਹਨਾਂ ਨੂੰ ਕਹਿੰਦੇ ਭਾਈ ਹਾਂ ਠੀਕ ਹੈ, ਨਹੀਂ ਹੋਣਾ, ਇਹ ਨਹੀਂ ਹੋਣਾ। ਜਿਹੜਾ ਤੁਸੀਂ ਕਹਿ ਰਹੇ ਜੇ ਕਿ ਆਹ ਸਾਡਾ ਕੰਮ ਹੋਣਾ ਨਹੀਂ ਮਹਾਰਾਜ, ਇਹ ਹੋ ਨਹੀਂ ਸਕਦਾ, ਹੋ ਜਾਏਗਾ। ਕਹਿੰਦੇ ਇੱਥੋਂ ਦੀ ਪੜ੍ਹਾਈ ਇਹ ਆ, ਨਿਸ਼ਚੇ ਕਰੇ ਆਪਣੀ ਜੀਤ ਕਰੋ। ਪਹਿਲੋਂ ਨਿਸ਼ਚਾ ਬਣ ਲਓ ਕਿ ਜਿੱਤ ਮੇਰੀ ਹੋਏਗੀ, ਮੇਰਾ ਗੁਰੂ ਮੇਰੇ ਨਾਲ ਹੈ, ਮੇਰਾ ਕੰਮ ਜ਼ਰੂਰ ਹੋਏਗਾ, ਬਾਬਾ ਜੀ ਕਰਨਗੇ। ਨਿਸ਼ਚਾ ਤਾਂ ਤੇਰਾ ਹੈ ਨਹੀਂ। ਕਹਿੰਦੇ ਸਾਚਾ ਸਤਿਗੁਰੂ ਕਿਆ ਕਰੇ ਜੋ ਸਿੱਖਾਂ में ਚੂਕ। ਕਮੀਆਂ ਜੇ ਸਾਡੇ ਵਿੱਚ ਤੇ ਸੱਚਾ ਐਡਾ ਵੱਡਾ ਗੁਰੂ ਕਰੇਗਾ ਕੀ? ਗੁਰੂ ਕੀ ਕਰੇਗਾ? ਆਪਣੀ ਕਮੀ ਕੱਢ ਕੇ ਫਿਰ ਗੁਰੂ ਅੱਗੇ ਅਰਦਾਸ ਕਰ। ਬਾਬਾ ਫਰੀਦ ਜੀ ਕਹਿੰਦੇ ਭਾਈ ਉਸੇ ਜੰਗਲ ਵਿੱਚ ਲੱਕੜ ਹਾਰਿਆ ਤੂੰ ਏ, ਘੜਾ ਪਾਣੀ ਦਾ ਚੱਕੀ ਫਿਰਦਾ ਹੈ, ਕੁਹਾੜਾ ਚੱਕੀ ਫਿਰਦਾ ਹੈ, ਲੱਕੜਾਂ ਕੱਢ ਕੇ ਕੋਲੇ ਬਣਾ ਕੇ ਵੇਚਦਾ ਹੈ। ਉਸੇ ਜੰਗਲ ਵਿੱਚ ਮੈਂ ਰੱਬ ਦਾ ਨਾਮ ਜਪਦਾ, ਉਹਨੂੰ ਸਾਈਂ ਨੂੰ ਯਾਦ ਕਰਦਾ। ਮੈਂ ਆਪਣੇ ਸਾਈਂ ਨੂੰ ਲੱਭ ਰਿਹਾ, ਤੂੰ ਲੱਭ ਰਿਹਾ ਹੈ ਕੋਲੇ। ਬਸ ਜਿਵੇਂ ਦੁਨੀਆਦਾਰ ਲਗੇ ਫਿਰਦੇ ਆ, ਇਵੇਂ ਆਪਾਂ ਰੱਬ ਵਾਲੇ ਪਾਸੇ ਫਿਰਨਾ। ਜਿਹੜਾ ਮੈਂ ਕਿਹਾ ਸੀ ਨਾ ਵੀ ਘਰ ਵਿੱਚ ਪਿੰਡ 'ਚ ਦੁਕਾਨ ਪਾਈ, ਸ਼ਹਿਰ ਵਿੱਚ ਪਾਈ, ਮਾਰਕੀਟ ਵਿੱਚ ਪਾ ਲਈ, ਵੱਡੇ ਸ਼ਹਿਰ ਵਿੱਚ ਪਾ ਲਈ, ਬਾਹਰਲੇ ਦੇਸ਼ ਚਲਾ ਗਿਆ, ਉਵੇਂ ਧਨ ਵੱਧਦਾ ਗਿਆ। ਵੱਡੇ ਮੇਨ ਦੇਸ਼ ਵਿੱਚ ਕਿਸੇ ਵੱਡੇ ਦੇਸ਼ ਚਲਾ ਗਿਆ, ਤੇਰੇ 1 ਰੁਪਈਏ ਦੇ 100 ਬਣ ਜਾਣੇ ਆ, 200 ਵੀ ਬਣ ਜਾਣਾ, ਕਿਤੇ 50 ਹੀ ਬਣਦੇ, ਕਿਤੇ 20 ਬਣਦੇ। ਇਸੇ ਤਰ੍ਹਾਂ ਤੂੰ ਧਨ ਦੀ ਕਮਾਈ ਕਰ। ਜਿਵੇਂ ਜਿਵੇਂ ਪਵਿੱਤਰ ਮਹਾਂਪੁਰਖਾਂ ਦੇ ਅਸਥਾਨਾਂ ਦੇ ਮੰਨਿਆ ਪਰ ਜਾ ਕੇ ਜਪ ਤਪ ਕਮਾਏਗਾ,
ਤੈਨੂੰ ਜ਼ਿਆਦਾ ਧਨ ਮਿਲੇਗਾ। ਜਿਵੇਂ ਬੜੇ ਵਿਦੇਸ਼ਾਂ ਵਿੱਚੋਂ ਡਾਲਰ ਮਿਲਦੇ ਆ ਨਾ, ਬਾਬਾ ਮਹਾਂ ਹਰਨਾਮ ਸਿੰਘ ਦੀ ਸੇਵਾ 'ਚ ਵੀ ਨਾਮ ਦੇ ਡਾਲਰ ਮਿਲਦੇ ਆ। ਆਖੋ ਸੀ ਇੱਥੇ ਉਵੇਂ ਕਮਾਈ ਹੁੰਦੀ ਜਿਹੜੀ ਸੰਗਤ ਵਿੱਚ ਆਉਂਦੇ ਆ, ਨਾਮ ਜਪਦੇ, ਕੀਰਤਨ ਕਰਦੇ, ਪਾਠ ਕਰਦੇ। ਇਹ ਵੱਡਾ ਸਥਾਨ ਹੈ। ਬਾਬਾ ਕੁੰਦਨ ਸਿੰਘ ਜੀ ਮਹਾਰਾਜ ਕਹਿੰਦੇ ਜਾਓ ਪੁੱਛੋ ਸਾਹਿਬ ਅਰਦਾਸ ਕਰੋ, ਉੱਥੇ ਸਾਡੀ ਉਹ ਵੱਡਾ ਸਥਾਨ ਹੈ ਬਾਬਾ ਜੀ ਦਾ। ਆਖੋ ਸੀ ਉਹਨਾਂ ਨੂੰ ਕੋਈ ਨਹੀਂ ਸੀ, ਉਹਨਾਂ ਸਾਨੂੰ ਸਮੱਤ ਦੇਣੀ ਸੀ ਕਿ ਸਾਡੀ ਅਰਦਾਸ ਹਜ਼ੂਰ ਸਾਹਿਬ ਕਰਿਓ, ਆਹ ਲੈ ਜਾਓ ਸਿੰਘ ਸਾਹਿਬ ਦੇ ਬਸਤਰ, ਆਹ ਲੈ ਜਾਓ 50 ਪਿਆਰਿਆਂ ਦੇ ਬਸਤਰ, ਉਹਨਾਂ ਨੂੰ ਦਿਆ ਜੇ, ਪ੍ਰਸ਼ਾਦਾ ਪਾਣੀ ਛਕਾਇਓ, ਨਾਲੇ ਪੁਜਾਰੀ ਸਾਹਿਬ ਨੂੰ ਮੱਥਾ ਟੇਕਿਓ ਸਾਡੇ ਵੱਲੋਂ, ਨਾਲੇ ਸਾਡੀ ਅਰਦਾਸ ਕਰਿਓ। ਆਖੋ ਸੀ ਸਾਨੂੰ ਸਿਖਾਉਂਦੇ ਆ। ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਿਓ, ਹਰਿਮੰਦਰ ਸਾਹਿਬ ਕਰਿਓ, ਜਾਓ ਪੁੱਛੋ ਸਾਹਿਬ ਅਰਦਾਸ ਕਰੋ ਜਾ ਕੇ। ਆਖੋ ਸ੍ਰੀ ਵਾਹਿਗੁਰੂ। ਭੇਜ ਦੇਣਾ ਉਹਨਾਂ ਮਹਾਂਪੁਰਖਾਂ ਨੂੰ ਕੀ ਹੋਇਆ ਸੀ, ਉਹਨਾਂ ਨੇ ਸਾਨੂੰ ਸਿਖਾਇਆ ਹੈ, ਸਮੱਤ ਦਿੱਤੀ। ਬਸ ਬਾਬਾ ਜੀ ਨੇ ਗਾਂਢੀ ਪਾਉਣੀ ਹੁੰਦੀ। ਮੈਨੂੰ ਬਾਬਾ ਜੀ ਨੇ ਕੋਈ ਮਾਇਆ ਦੇਤੀ, ਜਾ ਪੁੱਛੋ ਪਾਠ ਕਰਾ ਕੇ ਆ। ਉਸ ਸਮੇਂ ਖੰਡ ਪਾਠ ਹੁੰਦਾ ਸੀ, ਜਿੰਨੇ ਕੋਈ ਭੇਟਾ ਸੀ ਪਤਾ ਨਹੀਂ 1500 ਜਾਂ 1800 ਦੇ ਕਰੀਬ ਸੀ ਖੰਡ ਪਾਠ ਦੀ। ਉਸ ਸਮੇਂ ਕਿ 1300 ਕਿੰਨੀ ਕੁ ਸੀ। ਕਹਿੰਦੇ ਉੱਥੇ ਖੰਡ ਪਾਠ ਕਰਾ ਕੇ ਆਉਣਾ ਹੈ। ਬਾਬਾ ਜੀ ਜੇ ਨਾ ਵੀ ਕਰਨਾ ਤੇ ਤੂੰ ਆਉਣਾ ਨਹੀਂ, ਪਾਠ ਕਰਾ ਕੇ ਆਉਣਾ ਹੈ। ਮੈਂ ਮਾਇਆ ਲੈ ਕੇ ਆ ਗਿਆ ਬਾਬਾ ਜੀ ਨੂੰ। ਬਾਬਾ ਜੀ ਕਹਿੰਦੇ ਸਾਡੇ ਕੋਲ ਪਾਠ ਕਰਨ ਨੂੰ ਥਾਂ ਹੀ ਨਹੀਂ, ਇੰਨੇ ਪਾਠੀ ਨਹੀਂ ਹੈਗੇ, ਪਾਠ ਬੜੇ ਬੁੱਕ ਹੋਏ ਹੋਏ, ਅਸੀਂ ਨਹੀਂ ਕਰ ਸਕਦੇ। ਮੈਂ ਕਿਹਾ ਬਾਬਾ ਜੀ ਕਰ ਦਿਓ ਕਿਰਪਾ। ਦੂਜਾ ਦਿਨ ਹੋਇਆ, ਕਹਿੰਦੇ ਤੂੰ ਗਿਆ ਨਹੀਂ, ਪਾਠ ਨਹੀਂ ਅਸੀਂ ਕਰ ਸਕਦੇ। ਮੈਂ ਕਿਹਾ ਬਾਬਾ ਜੀ ਨਹੀਂ, ਕਰੋ ਕਿਰਪਾ। ਮੈਨੂੰ ਬਾਬਾ ਜੀ ਨੇ ਭੇਜਿਆ ਵੀ ਕਰਾ ਕੇ ਆਉਣਾ ਪਾਠ। ਜੋ ਤੁਸੀਂ ਕਹਿ ਰਹੇ ਜੇ ਉਹ ਵੀ ਮੈਂ ਸਿਰ ਨਿਭਾ ਰਿਹਾ। ਜੋ ਮੇਰੇ ਮਹਾਂਪੁਰਸ਼ ਮੁਰਸ਼ਦ ਬਾਬਾ ਜੀ ਨੇ ਭੇਜਿਆ ਉਹਦੇ ਵਾਸਤੇ ਮੈਂ ਖੜਾ। 2-3 ਦਿਨ ਲੰਘ ਗਏ, 3-4 ਦਿਨ ਲੰਘ ਗਏ, ਸ਼ਾਇਦ 5 ਦਿਨ ਹੀ ਹੋ ਗਏ ਹੋਣਗੇ। ਫਿਰ ਬਾਬਾ ਜੀ ਕਹਿੰਦੇ ਕਿਉਂ ਵੀ ਖੜਗ ਸਿਓ, ਇਹ ਨਾਨਕਸਰ ਤੋਂ ਆਇਆ ਕਿ ਇਹਦਾ ਪਾਠ ਕਰਾਉਣਾ ਹੈ, ਆਪਣੇ ਪਾਠ ਹੈ ਨਹੀਂ, ਜਗ੍ਹਾ ਨਹੀਂ, ਕਿਵੇਂ ਕਰੀਏ? ਉਹਨਾਂ ਕਿਹਾ ਬਾਬਾ ਜੀ ਵੀ ਕਿਰਪਾ ਕਰ ਦਿਓ। ਚੱਲ ਲਿਆ ਡੈਰੀ, ਕਹਿੰਦੇ ਆਖੋ ਸੀ। ਫਿਰ ਪਾਠ ਲਿਖਿਆ। ਮੈਨੂੰ ਪਤਾ ਉਦੋਂ 4-5 ਦਿਨ 'ਚ ਇੱਥੇ ਰਹਿਣ ਨਾਲ ਦ੍ਰਿਸ਼ਟਾਂਤ ਵੀ ਹੋਏ ਵੀ ਕੀ ਗੰਢ ਪਾਈ ਬਾਬਾ ਕੁੰਦਨ ਸਿੰਘ ਜੀ ਨੇ, ਤੇ ਆਹ ਸੇਵਾ ਦੇ ਆਉਣਾ ਸੀ। ਉਹ ਪਹਿਲਾ ਚਾਂਸ ਸੀ। ਦ੍ਰਿਸ਼ਟਾਂਤ ਵੀ ਹੋਏ ਮੈਨੂੰ ਰਾਤ ਨੂੰ, ਜਦੋਂ ਮਹਾਂਪੁਰਖਾਂ ਨੇ ਫਿਰ ਖੰਡ ਪਾਠ ਲਿਖ ਲਿਆ, ਭੇਟਾ ਫੜ ਲਈ, ਫਿਰ ਸਾਖਸ਼ਾਤ ਦ੍ਰਿਸ਼ਟਾਂਤ ਹੋਇਆ। ਬਾਬਾ ਜੀ ਦੇ ਨਾਲ ਗੰਢ ਪੈ ਗਈ। ਬਾਬਾ ਕੁੰਦਨ ਸਿੰਘ ਜੀ ਦਾ, ਬਾਬਾ ਖੇਮ ਸਿੰਘ ਜੀ ਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਬਾਬਾ ਮਹਾਂ ਨਾਮ ਸਿੰਘ ਦਾ ਦ੍ਰਿਸ਼ਟਾਂਤ ਹੋਇਆ। ਫਿਰ ਸੰਗਤਾਂ ਨਾਲ ਨਹੀਂ ਗੱਲ ਕੀਤੀ ਜਾਂਦੀ। ਉਹ ਬਾਬਾ ਜੀ ਨੇ 5 ਦਿਨ ਮੈਨੂੰ ਇੱਥੇ ਰੱਖਿਆ, ਪਤਾ ਨਹੀਂ ਕੀ ਲਿਖਿਆ ਕੀ ਮੇਟਿਆ ਮਹਾਂਪੁਰਖਾਂ ਨੇ। ਬਾਬਾ ਕੁੰਦਨ ਸਿੰਘ ਜੀ ਨੇ ਭੇਜਿਆ ਕਿ ਬਿਨਾਂ ਪਾਠ ਕਰਾਏ ਤੋਂ ਪਰਤਣਾ ਨਹੀਂ। ਬਾਬਾ ਜੀ ਨੇ 1-2 ਵਾਰੀ ਝਿੜਕਾਂ ਵੀ ਮਾਰੀਆਂ, ਪਰ ਮੈਂ ਕਿਹਾ ਸੀ ਹੁਕਮ ਹੈ ਬਾਬਾ ਜੀ ਦਾ। ਜਿੰਨਾ ਵੀ ਮਹਾਂਪੁਰਖਾਂ ਕੋਲ ਸਮਾਂ ਲੱਗੇਗਾ ਨਾ, ਸਾਡੇ ਕੁਝ ਲੇਖ ਬੁਰੇ ਮੇਟੇ ਜਾਣਗੇ, ਨਵੇਂ ਕੋਈ ਲਿਖੇ ਜਾਣਗੇ। ਉਹ ਕੁਝ ਕਰਦੇ ਆ। ਡਾਕਟਰ ਹਸਪਤਾਲ 'ਚ ਤੁਹਾਡੇ ਰੋਗ ਵੇਖ ਕੇ ਤੁਹਾਨੂੰ ਵੇਖਦਾ ਕਿ ਦਵਾਈ ਦੇ ਕੇ ਤੋਰਨਾ ਹੈ ਕਿ 1 ਰਾਤ ਰੱਖਣਾ ਹੈ ਕਿ ਤੁਹਾਨੂੰ ਦਾਖਲ ਹੀ ਕਰ ਲੈਣਾ ਹੈ।
ਕਿ ਐਮਰਜੈਂਸੀ ਵਿੱਚ ਹੀ ਲੈ ਜਾਣਾ। ਇਹ ਡਾਕਟਰ ਨੇ ਵੇਖਣਾ ਹੈ। ਅਸੀਂ ਮਰੀਜ਼ ਬਿਮਾਰ ਰੋਗੀ ਮਹਾਂਪੁਰਸ਼ਾਂ ਦੀ ਗੁਰੂਆਂ ਦੀ ਸੰਗਤ 'ਚ ਆਉਣਾ ਹੈ। ਇੱਥੇ ਗੁਰੂਆਂ ਦੀ ਸ਼ਕਤੀ ਨੇ ਵੇਖਣਾ ਹੈ ਕਿ ਸਾਡਾ ਕੰਮ ਕਿਵੇਂ ਹੁੰਦਾ ਹੈ। ਆਖੋ ਸੀ ਸਾਨੂੰ ਕਿੰਨੀ ਕੁ ਦਵਾਈ ਬੂਟੀ ਦੀ ਲੋੜ ਹੈ, ਕਿਵੇਂ ਸਾਡਾ ਇਲਾਜ ਹੋ ਸਕਦਾ ਹੈ। ਬਾਬਾ ਜੀ ਦਾ ਘਰ ਇਹ ਸ਼ਕਤੀਆਂ ਵਾਲਾ ਹੈ। ਤੇ ਸਤਿਗੁਰੂ ਆ ਪੜਿਓ ਕਬੀਰ ਅਵਰ ਹੈ ਕੋ ਉਪਦੇਸ਼ ਤੇ। कबीर अवरे को उपदेश दे, मुख में पर है रे। आपा बाबा जी तो नाम मंगिए, बंदगी मंगिए, सिमरन मंगिए, आपदे वास्ते हिरदे वास्ते मंगिए कि साड़ी झोली च खैर पाओ। इत्थे गुरु साहब बड़ी ताड़ना करते पे हैं, कहते तू बड़े प्रचार करता है, बड़े उपदेश करता है भी इन्ने पाठ करो, इन्नियां माला फेरो, आ कराओ वो कराओ, आप तू करता नहीं। कहते फिर ये इवें आ ਜਿਹੜੇ ਲੋਕਾਂ ਨੂੰ ਦਿੰਦੇ ਉਪਦੇਸ਼ ਤੇ ਆਪ ਨਹੀਂ ਕਰਦੇ, ਉਹਨਾਂ ਦੇ ਮੂੰਹ 'ਚ ਸੁਆਹ ਪੈਂਦੀ ਹੈ। ਆਖੋ ਸੀ ਵਾਹਿਗੁਰੂ, ਆਪ ਨਹੀਂ ਕਰਦੇ। कबीर अवर है को उपदेश ते, इन्ने पाठ करो, इत्थे जाया करो, इन्ना सिमरन करो, पर आप नहीं करते। कहते उन्हां दे मूँह च रेता पैंदी है। अगे फिर रस बिरानी रखते खाया घर का खेत। दूजियां दे खेतां दी राखी करते फिरदे ते आपदा खेत उजड़दा पिया है। खाया घर का खेत, तेरा खेत तां सारा जानवरां ने चुग लिया है या जंगली पशुआं ने जाड़ता है, दूजियां दे तू वाड़ लाई जाना है। बरानी बगानी रास नूं रखदा फिरदा है, आपदा तेरा खेत उजड़िया पिया है। सब तो पहलों अपने अपना भला मंग, आपदी अरदास कर, आपदा गुरु तो सुख भाल आप जुड़, फिर दुनिया तां जुड़ी पई। आप जप दुनिया दा जपेगी, आप तर दुनिया दा तर जाएगी तेरे नाल। अगला भी पढ़ दो कबीर। कबीर साधु की संगत रहो, जो की भूसी खा। साधु किहो जिहा है? नागा साधु है, साधु लंगोटी वाला है, साधु भगवे कपड़े वाला है, साधु चिट्टे कपड़े वाला, साधु बड़ा सिंह खालसा है। जिहो जिहा भी महापुरख है, कहते उनकी संगत च रही, भावें तेनों इहो जे साधु की संगत मिल जाए जिथे खाण नूं कणक नहीं, कणक तो इलावा जौ नहीं, जौ गिड़े जाते सी नीवें, जमां दी रोटी। ये समा दास ने भी देखिया, कणक की रोटी, जवां की रोटी, चाह खंड की, गुड़ की, फिक्की चाह, ये सारे समय देखे हुए। पहलो समा सी छोलियां दी रोटी, बड़ी गरीब आदमी दे घर पकदी सी, कणक दी किसे विरले। कहंदे ने तेनू जौ कणक नहीं, कणक दा आटा नहीं, जवां दा आटा भी नहीं हैगा जे तेनू कणक दी तूड़ी आपां पशुआं नूं पा दिंदे आ, जवां दी नहीं पाउंदे, उहदे च कसीर हुंदे आ, वो पशु दे तालू नूं चढ़ जांदे आ, पशु औखा बहुत हुंदा है। कहते जे तेनू किते जवां दी तूड़ी खा के भी गुजारा करना पे तो साधु की संगत विच तेनू रोटी ना मिले, जवां दी रोटी ना मिले, तेनू खाण नूं घाह भी ना मिले, तो मिल जे जिहड़ी जवां दी तूड़ी जिमीदार सिट दिंदे आ, ਉਹ ਤੈਨੂੰ ਮਿਲ ਜੇ, ਕਹਿੰਦੇ ਉਹ ਖਾ ਲਵੀਂ ਪਰ ਸਾਧੂ ਦੀ ਸੰਗਤ ਨਾ ਛੱਡੀ। ਜੌਂ ਕੀ ਭੂਸੀ ਖਾਓ। ਅੱਗੇ होनहार सो होए है साकत संग ना जो होना है सब नाल होना है, हो जाना। पर सब तो माड़ा है कि महापुरुष नूं छड्ड के किसी बेरुखे नाल बेरसे नाल ना बैठ जाए। साकत वो नहीं ਜਿਹੜੇ शराबा पींदे, मांस खांदे, पुट्ठे पासे कदी गुरुद्वारे नहीं आए। साकत वो ने ਜਿਹੜੇ पाठ भी करते आ, पूजा भी करते आ,
ਬਾਣਾ ਵੀ ਪਾਈ ਫਿਰਦੇ ਆ, ਪਰ ਉਹਨਾਂ ਦਾ ਅੰਦਰ ਖਾਲੀ ਏ, ਫਿੱਕਾ ਏ, ਬਾਹਰੋਂ ਪਖੰਡੀ ਏ। ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨੰਤਰ ਹੋਮੇ ਕੰਡਾ। ਸਾਕਤ ਉਹ ਏ ਜਿਹਨੂੰ ਅੰਦਰ ਹਿਰਦੇ 'ਚ ਸਵਾਦ ਨਹੀਂ, ਬਾਹਰੋਂ ਹੀ ਦੁਨੀਆ ਦੇ ਅੱਗੇ ਬਣਿਆ ਹੋਇਆ, ਉਹ ਸਾਕਤ ਏ। ਕਹਿੰਦੇ ਉਹਨਾਂ ਨਾਲ ਨਾ ਬੈਠੀ, ਜਿਹੜੇ ਮਹਾਂਪੁਰਸ਼ਾਂ ਦੇ ਨਾਲੋਂ ਰਸ ਦੇ ਨਾਲੋਂ ਟੁੱਟੇ ਹੋਏ ਆ ਨਾ, ਟੁੱਟੇ ਹੋਏ ਦੀ ਸੰਗਤ ਨਾ ਕਰ ਬੈਠੀ, ਤੂੰ ਸਾਰੀ ਉਮਰ ਜੁੜ ਨਹੀਂ ਸਕੇਗਾ, ਉਹ ਤੈਨੂੰ ਤੋੜੇਗੀ। ਸਾਕਤ ਸੰਗ ਨਾ ਜਾਓ, ਹੋਣ ਹਾਰ ਜੋ ਹੋਣਾ ਹੀ ਹੋ ਜਾਣਾ ਹੈ, ਪਰ ਸਾਧੂ ਦੀ ਸੰਗਤ ਕਰੀ। ਜੇ ਨਹੀਂ ਤੇ ਫਿਰ ਸਾਕਤ ਦੀ ਸੰਗ ਨਾ ਕਰੀ, ਉਹ ਬਹੁਤ ਪੈੜਾ ਹੈ। ਟੁੱਟਿਆਂ ਦਾ ਬੇਰਸਿਆਂ ਦੀ ਸੰਗਤ ਨਹੀਂ ਕਰਨੀ। ਅੱਗੇ ਕਬੀਰ, ਕਬੀਰ ਸੰਗਤ ਸਾਧ ਕੀ ਦਿਨ ਦਿਨ ਦੂਨਾ ਹੈ। ਸਾਧੂ ਦੀ ਸੰਗਤ 'ਚ ਤੇਰਾ ਦਿਨੋਂ ਦਿਨ ਪਿਆਰ ਵੱਧਦਾ ਜਾਏਗਾ, ਤੈਨੂੰ ਪੜ੍ਹਾਈ ਵੱਧਦੀ ਜਾਏਗੀ, ਸਮੱਤ ਆਉਂਦੀ ਜਾਏਗੀ, ਤੇਰਾ ਸੁਧਾਰ ਹੁੰਦਾ ਜਾਏਗਾ ਇਸ ਸੰਗਤ ਵਿੱਚ। ਅੱਗੇ ਸਾਖਤ ਕਾਰੀ ਕੰਬਰੀ ਧੋਏ ਹੋਏ ਨਾ। ਉਹ ਜਿਹੜਾ ਸਾਖਤ ਪੁਰਸ਼ ਉਹ ਕਾਲੀ ਕੰਬਲੀਏ, ਧੋਤਿਆਂ ਉਹਦਾ ਰੰਗ ਨਹੀਂ ਬਦਲਣਾ। ਉਸ ਪਾਸੇ ਨਾ ਜੁੜ ਕਦੀ ਵੀ, ਉਹਨਾਂ ਨਾਲ ਨਾ ਬੈਠ, ਉਹਨਾਂ ਦਾ ਰੰਗ ਨਹੀਂ ਬਦਲਣਾ, ਉਹ ਤੈਨੂੰ ਵੀ ਮਾੜਾ ਕਰ ਜਾਣਗੇ। ਬਸ ਇੰਨਾ ਹੀ ਹੈ ਕਿ ਮਹਾਂਪੁਰਸ਼ਾਂ ਦੀ ਕਰੋ ਸੰਗਤ ਤੇ ਆਓ। ਬਾਬਾ ਜੀ ਦਾ ਦਵਾਰਾ ਬੜਾ ਉੱਚਾ ਹੈ ਤੇ ਸਾਰੇ ਜਣੇ ਬਾਬਾ ਜੀ ਤੋਂ ਨਾਮ ਦੀ ਦਾਤ ਮੰਗ ਲਈਏ। ਗੁਰਮੁਖ ਪਿਆਰੇ ਪਾਠ ਵਾਲੇ ਅੱਗੇ ਆ ਜਾਓ, ਇੱਧਰ ਬੀਬੀਆਂ ਵੀ ਉੱਧਰ ਪਾਠ ਕਰਨ ਵਾਲੀਆਂ ਅੱਗੇ ਬੈਠ ਜਾਓ, ਫਿਰ ਉੱਥੇ ਮੈਕ ਰੱਖੇ ਜਾਣਗੇ ਤੇ ਗੁਰਮੁਖ ਪਿਆਰੇ ਵੀ ਸਾਰੇ ਅੱਗੇ ਆ ਜਾਓ ਤੇ ਸਾਰੇ ਬਾਬਾ ਜੀ ਦੇ ਕੋਲੋਂ ਨਾਮ ਦੀ ਖੈਰ ਮੰਗ ਲਈਏ। ਝੋਲੀ ਅੱਡ ਕੇ ਦੁਆਰੇ ਤੇਰੇ ਆ ਗਿਆ, ਖੈਰ ਪਾਵੋ ਬੰਦਗੀ ਦਾ। ਝੋਲੀ ਅੱਡ ਕੇ ਦੁਆਰੇ ਤੇਰੇ ਆ ਗਿਆ, ਖੈਰ ਪਾਵੋ ਬੰਦਗੀ ਦਾ। ਝੋਲੀ ਅੱਡ ਕੇ ਦੁਆਰੇ ਤੇਰੇ ਆ ਗਿਆ, ਖੈਰ ਪਾਵੋ ਬੰਦਗੀ ਦਾ। ਸਾਰੀ ਸੰਗਤ ਬਹਿ ਜਾਓ। ਕੇ ਦੁਆਰੇ ਤੇਰੇ ਆ ਗਿਆ, ਖੈਰ ਪਾਵੋ ਬੰਦਗੀ ਦਾ। ਗਾਵੋ ਸੱਚੀ ਬਾਣੀ ਆਵੋ ਸਿੱਖੋ ਪਿਆਰਿਓ, ਗਾਵੋ ਸੱਚੀ ਬਾਣੀ ਆਵੋ ਸਿੱਖੋ ਪਿਆਰਿਓ। ਗਾਵੋ ਸੱਚੀ ਬਾਣੀ ਆਵੋ ਸਿੱਖੋ ਸਾਰੀ ਸੰਗਤ ਬੋਲੋ। ਪਿਆਰਿਓ। ਗਾਵੋ ਸੱਚੀ ਬਾਣੀ ਆਵੋ ਸਾਰੇ ਭਾਈ ਬੋਲੋ। ਸਿੱਖੋ ਪਿਆਰਿਓ। ਗਾਵੋ ਸੱਚੀ ਬਾਣੀ ਆਵੋ 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 ਸਿੱਖੋ ਪਿਆਰਿਓ। ਸਿੱਖੋ ਪਿਆਰਿਓ, ਸਿੱਖੋ ਪਿਆਰਿਓ ਜੀ ਸਿੱਖੋ ਪਿਆਰਿਓ, ਸਿੱਖੋ ਪਿਆਰਿਓ। ਸਿੱਖੋ ਪਿਆਰਿਓ, ਸਿੱਖੋ ਪਿਆਰਿਓ। ਸਿੱਖੋ ਪਿਆਰਿਓ, ਸਿੱਖੋ ਪਿਆਰਿਓ। ਗਾਵੋ ਸੱਚੀ ਬਾਣੀ ਆਵੋ ਸਿੱਖੋ ਪਿਆਰਿਓ। ਗਾਵੋ ਸੱਚੀ ਬਾਣੀ ਆਵੋ ਸਿੱਖੋ ਪਿਆਰਿਓ। ਸੱਚੀ ਬਾਣੀ ਆਵੋ ਸਿੱਖੋ ਗੁਰੂ ਪਿਆਰਿਓ। ਨਾਨਕ ਗਾਵੋ ਸੱਚੀ ਬਾਣੀ ਆਵੋ ਸਿੱਖੋ ਪਿਆਰਿਓ। ਹੁਕਮਨਾਮਾ। ਸਤਿ